जो तुसी प्रीच करते हो प्रैक्टिस भी करो। असी प्रीच करते हैं प्रैक्टिस करते हैं ਉਹੀ ਮੈਸੇਜ ਤੁਹਾਡੇ ਪਾਸ ਪਹੁੰਚਾਉਂਦੇ ਹਾਂ ਕਿ ਪਲੀਜ਼ 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 ਤੁਸੀਂ ਆਪਣਾ ਕੇਅਰ ਕਰੋ। ਇਟਸ ਵੈਰੀ 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 ਇੰਪੋਰਟੈਂਟ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਸਾਰਿਆਂ ਦਾ ਸਵਾਗਤ ਹੈ ਇਨਟੂ ਦ ਲੇਟ ਸ਼ੋ। ਯੂ ਨੋ ਵਿਦ ਦ ਲੋਕਡਾਊਨ ਕਰਕੇ ਗੈਸਟ ਨਹੀਂ ਆਉਂਦੇ ਸਾਡੇ ਸਟੂਡੀਓ ਦੇ ਵਿੱਚ। ਇਨਫੈਕਟ ਇਟਸ ਨੋ ਵੈਰੀ ਸੇਫ। ਜਿਹੜੇ ਗਵਰਨਮੈਂਟ ਦੀ ਗਾਈਡਲਾਈਨਸ ਹੈਗੀ ਅਸੀਂ ਉਹਨੂੰ ਫੋਲੋ ਕਰਦੇ ਹਾਂ ਵੈਰੀ ਸਟ੍ਰਿਕਟਲੀ। ਇਸ ਸ਼ੋਅ ਇਸੇ ਤਰ੍ਹਾਂ ਕਰਦੇ ਹਾਂ ਅਸੀਂ ਤਾਂ ਕਿ ਤੁਹਾਨੂੰ ਵੀ ਦਿਖਾਇਆ ਜਾਏ। ਉਹ ਕਹਿੰਦੇ ਨਾ ਜੋ ਤੁਸੀਂ ਪ੍ਰੀਚ ਕਰਦੇ ਹੋ ਉਹਨੂੰ ਪ੍ਰੈਕਟਿਸ ਵੀ ਕਰੋ। ਅਸੀਂ ਪ੍ਰੀਚ ਕਰਦੇ ਹਾਂ ਉਹਨੂੰ ਪ੍ਰੈਕਟਿਸ ਕਰਦੇ ਹਾਂ ਉਹੀ ਮੈਸੇਜ ਤੁਹਾਡੇ ਪਾਸ ਪਹੁੰਚਾਉਂਦੇ ਹਾਂ ਕਿ ਪਲੀਜ਼ 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 ਤੁਸੀਂ ਆਪਣਾ ਕੇਅਰ ਕਰੋ। ਇਟਸ ਵੈਰੀ 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 ਇੰਪੋਰਟੈਂਟ। ਟਾਈਮ ਹੋ ਗਿਆ 6-7 ਵੀਕ ਹੋ ਗਏ ਨੇ। ਹੁਣ ਗਵਰਨਮੈਂਟ ਨੇ ਵਾਪਸ ਐਕਸਟੈਂਡ ਕਰ ਦਿੱਤਾ ਫॉर द 2 weeks। ਇਫ ਯੂ ਰਿਮੈਂਬਰ ਮੈਂ ਲਾਸਟ ਵੀਕ ਕਿਹਾ ਸੀ, ਉਦੋਂ ਪਹਿਲਾਂ ਵੀ ਕਿਹਾ ਸੀਗਾ ਦ ਗਵਰਨਮੈਂਟ ਵਿਲ ਹੈਵ ਟੂ ਸੀ ਦ ਟ੍ਰੈਂਡ ਕਿ ਕਿੰਨੇ ਹੋਰ ਇਨਫੈਕਟਡ ਹੁੰਦੇ ਨੇ, ਕਿੰਨੀਆਂ ਡੈਥ ਹੁੰਦੀਆਂ। ਉਹਦੇ ਮੁਤਾਬਿਕ ਫਿਰ ਉਹ ਡਿਸਾਈਡ ਕਰਨਗੇ ਕੀ ਕਰਨਾ। ਇਟਸ ਵੈਰੀ ਅਨਸਰਟਨਟੀ ਐਟ ਦ ਮੋਮੈਂਟ ਕਿ ਕਿਸ ਪਾਸੇ ਜਾ ਰਿਹਾ। ਪਰ ਇੱਕ ਗੱਲ ਬਹੁਤ ਅੱਛੀ ਹੈਗੀ ਹੈ, ਤੁਹਾਨੂੰ ਪਤਾ ਸ਼ੁਰੂਆਤ ਦੇ ਵਿੱਚ 800-900 ਜਾਂ 1000 ਬੰਦਾ ਐਵਰੀ 24 ਆਵਰਸ ਉਹਦੀ ਡੈਥ ਹੁੰਦੀ ਸੀ UK ਦੇ ਵਿੱਚ। ਹੁਣ ਇਟਸ ਗੋਨ ਡਾਊਨ ਅਪ ਟੂ 400। You know, when I say it's only gone down to 400, please don't take that easy. Even the 400 is a huge number. ਤੁਸੀਂ ਦੇਖੋ ਕਿਤੇ ਡੈਥ ਬੋਡੀਆਂ 1-2 ਹੋਣ ਜਾਂ 4 ਹੋਣ, nobody can face that. It's one of the most difficult part. Normally funeral ਤੇ ਜਾਣੇ, ਇੱਕ ਅੱਧਾ funeral ਹੁੰਦਾ ਹੈ, ਤੁਸੀਂ ਉਹ ਤੋਂ ਵੀ ਦੇਖ ਕੇ you get very emotional। ਬੇਸ਼ੱਕ ਦੀ ਤੁਹਾਡੇ ਰਿਸ਼ਤੇਦਾਰ ਹੋਣ ਜਾਂ ਨਾ ਹੋਣ, ਕੋਈ ਮਾਹੌਲ ਇਸ ਤਰ੍ਹਾਂ ਹੁੰਦਾ ਬੰਦਾ ਦਿਲ ਨੂੰ ਲਾ ਲੈਂਦਾ। ਜਦੋਂ 400 ਬੰਦਾ ਇੱਕ 24 ਆਵਰਸ ਡੈਥ ਹੁੰਦੀ ਹੈ, ਆਈ ਥਿੰਕ ਇਟਸ ਸਮਥਿੰਗ ਰੱਬ ਨਾ ਹੀ ਕਿਸੇ ਨੂੰ ਦਿਖਾਵੇ। ਇਹ ਮੌਕਾ ਜਿਹੜਾ ਆਇਆ ਫਸਟ ਟਾਈਮ ਆਇਆ ਹੈ, ਔਰ ਮੈਂ ਇਹੀ ਚਾਹੁੰਦਾ ਕਿ ਆਖਿਰ ਦਫਾ ਹੋਵੇ, ਸਾਨੂੰ ਇਹ ਕਦੀ ਮੁੜ ਕੇ ਦੇਖਣਾ ਨਾ ਪਵੇ। ਇਹਦੇ ਨਾਲ ਦੀ ਨਾਲ ਮੈਂ ਕਹਾਂਗਾ, ਜੇ ਮੈਂ ਕਹਿੰਦਾ ਕਿ ਸਾਨੂੰ ਦੇਖਣਾ ਨਾ ਪਵੇ, ਇਹ ਤੁਸੀਂ ਹੋ ਜਿਹਨੂੰ ਇਹਨੂੰ ਹੈਲਪ ਕਰ ਸਕਦੇ ਹੋ। ਜਦੋਂ ਲੋਕਡਾਊਨ ਖੁੱਲ੍ਹੇਗਾ, ਥੋੜ੍ਹਾ ਬਹੁਤਾ ਆਸਾਨ ਹੋਏਗਾ, ਅਤੇ ਉਹਦੇ ਮੁਤਾਬਿਕ ਅਸੀਂ ਕਿਸ ਤਰ੍ਹਾਂ ਬਿਹੇਵ ਕਰਦੇ ਹਾਂ। ਜਿੱਦਾਂ ਇੱਕ ਪਾਣੀ ਰੋਕ ਕੇ ਰੱਖਿਆ, ਉਹਦਾ ਬੰਨ੍ਹ ਟੁੱਟ ਗਿਆ, ਉਹ ਇੱਕਦਮ ਬਿਖੜ ਗਿਆ ਪਾਣੀ। ਅਗਰ ਅਸੀਂ ਇਸ ਤਰ੍ਹਾਂ ਬਾਹਰ ਨਿਕਲ ਲੱਗੇ ਤਾਂ ਬੜਾ ਤਕਲੀਫ ਹੋਏਗੀ। ਔਰ ਇਹ ਪ੍ਰੈਡਿਕਸ਼ਨ ਵੀ ਹੈਗੀ ਆ, ਅਗਰ ਜੇ ਦੁਬਾਰਾ ਇਹ ਸਟਾਰਟ ਹੋਇਆ, ਇਹ ਕੰਟਰੋਲ ਨਹੀਂ ਕੀਤਾ ਜਾਏਗਾ ਬਿਕੋਜ਼ ਇਟ ਵਿਲ ਬੀ ਆਊਟ ਆਫ ਹੈਂਡਸ। ਹੁਣ ਵੀ ਤੁਹਾਨੂੰ ਪਤਾ ਇੰਨੇ ਕੰਟਰੋਲ ਦੇ ਬਾਵਜੂਦ ਇੰਨੀਆਂ ਮੌਤਾਂ ਹੋ ਰਹੀਆਂ। ਦੀ ਹੌਸਪੀਟਲ ਦੀ ਕੈਪੈਸਿਟੀ ਵੀ ਨਹੀਂ ਹੈਗੀ ਉਹਨਾਂ ਨੂੰ ਡੀਲ ਕਰਨ ਨਾਲ। ਨੈਸ਼ਨਲ ਹੈਲਥ ਜਿਹੜੇ ਸਾਡੇ ਵਰਕਰ ਹੈਗੇ ਨੇ, ਹਰ ਤਰ੍ਹਾਂ ਉਹਨਾਂ ਨੂੰ ਸਪੋਰਟ ਮਿਲਦੀ ਹੈ, ਬਟ ਦੇ ਹੈਵਨ ਦ ਫੁੱਲ ਇਕੁਇਪਮੈਂਟ ਜਿਹੜੇ ਉਹਨਾਂ ਨੂੰ ਚਾਹੀਦੇ ਨੇ ਆਪਣੇ ਜਿਹੜੇ ਪੇਸ਼ੈਂਟ ਇਨਫੈਕਟਡ ਉਹਨਾਂ ਨੂੰ ਡੀਲ ਕਰਨ ਦੇ ਨਾਲ। ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਇਸ ਕਾਲ ਚੈਨਲ ਦੇ ਉੱਪਰ ਤੁਹਾਡੇ ਪਾਸ ਮੈਸੇਜ ਪਹੁੰਚਾਈਏ। ਮੈਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗਾ ਅੱਗੇ ਕਿ ਹੁਣ ਗਵਰਨਮੈਂਟ ਨੇ ਕੀ ਕੀਤਾ, ਅੱਗੇ ਕੀ ਪਲਾਨ ਹੈਗਾ। ਲੇਕਿਨ 1-2 ਚੀਜ਼ਾਂ ਹੈਗੀਆਂ, ਮੈਂ ਬਿਫੋਰ ਉਹਦੀ ਡਿਸਕਸ ਕਰਾਂ, ਮੈਂ ਸੁਖਦੇਵ ਨੂੰ ਕਹਾਂਗਾ, ਸਾਡੇ ਕੈਮਰਾਮੈਨ ਨੂੰ, ਸਾਡੇ ਬੜੇ ਚਾਹਣੇ ਵਾਲੇ 2, ਇੱਕ ਲਾਰਡ ਇੱਕ MP ਜੋ ਹਮੇਸ਼ਾ ਸਾਨੂੰ ਕਾਲ ਚੈਨਲ ਨੂੰ ਸਪੋਰਟ ਕਰਦੀ ਹੈ, ਉਹਨਾਂ ਦਾ ਪਰਸਨਲ ਇੱਕ ਮੈਸੇਜ ਹੈਗਾ ਫॉर ਯੂ एवरीवन ਜੋ ਕਾਲ ਚੈਨਲ ਨਾਲ ਜੁੜਦੇ ਨਹੀਂ ਜੁੜਦੇ, ਪਲੀਜ਼ ਤੁਸੀਂ ਵਾਚ ਕਰੋ। ਆਮ ਸ਼ੋਰ ਯੂ ਵਿਲ ਲਾਈਕ ਦ ਮੈਸੇਜ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We were very shocked to hear just a few days ago that over 28,000 people have died in the United Kingdom of coronavirus. We also have seen that disproportionately ethnic minorities, our Asian community, have been dying more than other people. At the moment, we don't know why that is, but there is some research suggesting that the health conditions many of us in our communities have, diabetes, hypertension, heart disease, that many in the Asian community also suffer from, these may well be playing a part. While the research is going on in the Labour Party as well as in the national bodies, we want to be sure that everybody stays safe. And that's why I'm asking everybody that they must stay home, follow the government guidance. Don't go out unless exercising or shopping. Make sure that if you are having to go to work, that when you come home,
you are separate from any others in the family who may be at risk. Make sure as well that you are washing your hands before eating, washing hands after going out, making sure that we take these steps, because every single one of these steps could save lives. So I wish everybody to look after themselves and their family. Everybody to stay safe, because in staying safe, we will look after each other. And let's hope we see a reduction in the deaths as quickly as possible, and that we see the end to coronavirus as soon as we can. Please stay at home. Please look after yourselves. Please listen to the guidance. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਲਾਰਡ ਰੇਂਜਰ ਚੇਅਰਮੈਨ ਆਫ ਦ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਤੁਹਾਨੂੰ ਸਾਰਿਆਂ ਨੂੰ ਅਕਾਲ ਚੈਨਲ ਦੇ ਵਿਊਅਰ ਨੂੰ ਦੋਵੇਂ ਹੱਥ ਜੋੜ ਕੇ ਨਿਮਰਤ ਸਹੀ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਰਾਜੀ ਖੁਸ਼ੀ ਹੋ। ਅੱਜ ਇਹ ਸਾਡੇ ਤੇ ਇੱਕ ਬਹੁਤ ਭਾਰੀ ਮੁਸੀਬਤ ਆ ਗਈ ਹੈ, ਕਰੋਨਾ ਵਾਇਰਸ, ਜਿਹਨੇ ਸਾਰੀ ਦੁਨੀਆ ਨੂੰ ਆਪਣੇ ਚੱਕਰ 'ਚ ਲਪੇਟ ਲਿਆ ਹੈ। ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਵੱਡਾ ਹੈ, ਛੋਟਾ ਹੈ, ਕੋਈ ਧਰਮ ਦਾ ਉਦੋਂ ਵਿਤਕਰਾ ਨਹੀਂ। ਜਿਹੜਾ ਵੀ ਇਹਦੇ ਸਾਹਮਣੇ ਆਏਗਾ ਉਹਨੂੰ ਲਪੇਟ ਲੈਣਾ। ਇਸ ਕਰਕੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਇਹ ਟਾਈਮ ਬੜਾ ਭਾਰੀ ਟਾਈਮ ਹੈ, ਇਹਦੇ ਵਿੱਚ ਸਾਨੂੰ ਆਪਣੀ ਅਕਲ ਤੋਂ ਕੰਮ ਲੈਣਾ ਪਏਗਾ। ਗੌਰਮੈਂਟ ਦੇ ਜਿੰਨੇ ਵੀ ਨਿਯਮ ਨੇ, ਅਸੂਲ ਨੇ, ਉਹਨਾਂ 'ਤੇ ਚੱਲਣਾ ਪਏਗਾ, ਕਿ ਕੋਈ ਗੌਰਮੈਂਟ ਇਕੱਲੀ ਕੁਛ ਨਹੀਂ ਕਰ ਸਕਦੀ ਜਦੋਂ ਤੱਕ ਉਸ ਨੂੰ ਪਬਲਿਕ ਦਾ ਸਾਥ ਨਾ ਮਿਲੇ। ਇਸ ਕਰਕੇ ਇਹ ਟਾਈਮ ਆਇਆ ਹੈ ਕਿ ਜਦੋਂ ਅਸੀਂ ਆਪਣੀ ਪੂਰੀ ਹਾਈਜੀਨ ਦਾ ਖਿਆਲ ਰੱਖੀਏ, ਆਪਣੀ ਹੈਂਡ ਸੈਨੀਟਾਈਜੇਸ਼ਨ ਕਰੀਏ, ਥੋੜ੍ਹਾ ਡਿਸਟੈਂਸ ਰੱਖੀਏ ਅਤੇ ਬਾਹਰ ਜਾਈਏ ਅਤੇ ਕਿਸੇ ਦੇ ਨਾਲ ਹੱਥ ਹੁੱਥ ਨਾ ਮਿਲਾਈਏ, ਜੱਫੀਆਂ ਨਾ ਪਾਈ ਜਿੱਦਾਂ ਪਹਿਲੇ ਪਾਉਂਦੇ ਸੀ। ਉਹ ਟਾਈਮ ਚਲਾ ਗਿਆ। ਆਲ ਆਈ ਕੈਨ ਸੇ ਇਜ਼ ਕਿ ਪਲੀਜ਼ ਲੁੱਕ ਆਫਟਰ ਸੈਲਫ, ਐਵਰੀਵਨ ਇਜ਼ ਵੈਰੀ ਇੰਪੋਰਟੈਂਟ। ਇੱਕ ਬੰਦਾ ਵੀ ਘਰ 'ਚ ਚਲਾ ਜਾਏ, ਉਹਦੀ ਘਾਟ ਬੜੀ ਮਹਿਸੂਸ ਹੁੰਦੀ ਹੈ, ਉਹ ਕਦੀ ਪੂਰੀ ਨਹੀਂ ਹੋ ਸਕਦੀ। ਮੈਂ ਫਾਈਨਲੀ ਇਹ ਕਹਾਂਗਾ, ਇਸ ਮੁਸੀਬਤ ਦੇ ਵਿੱਚ ਇੱਕ ਕੌਮ ਜੋ ਉੱਭਰ ਕੇ ਆਈ ਹੈ ਉਹ ਹੈ ਸਿੱਖ ਕੌਮ, ਜਿਹਨੂੰ ਗੁਰੂਆਂ ਦੀ ਬੜੀ ਮਿਹਰ ਹੈ। ਉਹ ਹਮੇਸ਼ਾ ਆਪਣਾ ਸਿੱਕਾ ਜਮਾਉਂਦੀ ਹੈ। ਇਸ ਵੇਲੇ ਗੁਰੂਆਂ ਦੇ ਲੰਗਰ ਖੁੱਲ੍ਹ ਗਏ ਨੇ ਹਰ ਗੁਰਦੁਆਰੇ 'ਚ। ਲੰਗਰ ਤੋਂ ਬਾਅਦ ਉਹ ਘਰਾਂ 'ਚ ਵੀ ਜਾ ਕੇ ਸਾਡੇ ਸਿੱਖ ਗਰੀਬਾਂ ਨੂੰ ਜਾਂ ਲੋੜਵੰਦ ਨੂੰ, ਜੋ ਬੰਦੇ ਬਾਹਰ ਨਹੀਂ ਆ ਸਕਦੇ, ਉਹਨਾਂ ਨੂੰ ਵੀ ਖਾਣਾ ਪਹੁੰਚਾ ਰਹੇ। ਇਸ ਤੋਂ ਵੱਡੀ ਕੋਈ ਸੇਵਾ ਨਹੀਂ, ਇਸ ਤੋਂ ਵੱਡੀ ਕੋਈ ਭਗਤੀ ਨਹੀਂ। ਸਤਿ ਸ੍ਰੀ ਅਕਾਲ। ਵੈਲਕਮ ਬੈਕ। ਤੁਸੀਂ ਹੁਣੀ MP ਸੀਮਾ ਮਲਹੋਤਰਾ ਦੀ ਤੁਸੀਂ ਗੱਲਬਾਤ ਸੁਣੀ। ਨਾਲ ਸਾਡੇ ਲਾਰਡ ਰਮੀ ਰੇਂਜਰ ਨੇ ਆਪਣੀ ਐਡਵਾਈਸ ਦਿੱਤੀ ਅਕਾਲ ਚੈਨਲ ਦੇ ਵਿਊਅਰਸ ਨੂੰ। ਮੈਂ ਉਹਨਾਂ ਦੇ ਬਾਰੇ ਇੱਕ ਮਿੰਟ 'ਚ ਗੱਲ ਕਰਦਾ। ਪਹਿਲਾਂ ਮੈਂ ਦੱਸਦਾ ਜਾਵਾਂ, ਤੁਹਾਨੂੰ ਪਤਾ ਲਾਸਟ ਵੀਕ ਅਸੀਂ ਡਿਊ ਲੋਕਡਾਊਨ ਕਰਕੇ ਸਾਡੇ ਗੈਸਟ ਨਹੀਂ ਆਉਂਦੇ। ਅਸੀਂ ਵੀਡੀਓ ਕਾਲ ਦੇ ਥਰੂ ਦੁਨੀਆ ਡਿਫਰੈਂਟ ਜਿੱਥੇ ਆਪਣੇ ਲੋਕ ਬਸੇ ਉੱਥੇ ਅਸੀਂ ਉਹਨਾਂ ਗੈਸਟਾਂ ਨਾਲ ਗੱਲ ਕਰਦੇ ਹਾਂ। ਲਾਸਟ ਵੀਕ ਅਸੀਂ ਕੀਨੀਆ ਸਰਦਾਰ ਅਮਰਜੀਤ ਸਿੰਘ ਬਾਰਾ ਦੇ ਨਾਲ ਗੱਲਬਾਤ ਕੀਤੀ ਸੀ। ਕੀਨੀਆ ਬਾਰੇ ਹਾਲਾਤ ਵਗੈਰਾ ਪੁੱਛੇ ਕਿ ਕਿੱਦਾਂ ਹੋ ਰਿਹਾ, ਕੀ ਨਹੀਂ ਹੋ ਰਿਹਾ ਉੱਥੇ। ਇੰਡੀਆ ਤੋਂ ਤਾਂ ਤੁਹਾਨੂੰ ਪਤਾ ਹਮੇਸ਼ਾ ਹਰ ਟੈਲੀਵਿਜ਼ਨ ਇੱਥੇ ਕਵਰ ਕਰਦੀਆਂ ਰਹਿੰਦੀਆਂ, ਲੇਕਿਨ ਸਾਡੇ ਬਾਹਰ ਮੁਲਕਾਂ ਦੇ ਵਿੱਚ ਬਹੁਤ ਆਪਣੀ ਤਾਦਾਦ ਦੇ ਵਿੱਚ ਲੋਕ ਰਹਿੰਦੇ ਨੇ। ਏਸ਼ੀਅਨ ਕਮਿਊਨਿਟੀ ਔਰ ਸਿੱਖ ਕਮਿਊਨਿਟੀ ਬਹੁਤ ਹੈਗੀ ਹੈ ਉਹਦੇ ਵਿੱਚ। ਅਤੇ ਅੱਜ ਵੀ ਇਸੇ ਤਰ੍ਹਾਂ ਇੱਕ ਕੋਈ ਇੰਟਰਨੈਸ਼ਨਲ ਕਿਤੋਂ ਬਾਹਰੋਂ ਕੋਈ ਬਹੁਤ ਇੰਪੋਰਟੈਂਟ ਗੈਸਟ ਸਾਡੇ ਨਾਲ ਆਫਟਰ ਦਾ ਬ੍ਰੇਕ ਸਾਡੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਖਿਆਲਾਤ ਬਾਰੇ ਸੁਣਾਂਗੇ ਕਿ ਉਹਨਾਂ ਦੇ ਕੰਟਰੀ 'ਚ ਕੀ ਹੋ ਰਿਹਾ। ਮੈਂ ਪਹਿਲਾਂ ਉਹਨਾਂ ਦਾ ਤੁਹਾਨੂੰ ਨਾਮ ਨਹੀਂ ਦੱਸਦਾ, ਵੀ ਲੀਵ ਇਟ ਅ ਲਿਟਲ ਸਰਪ੍ਰਾਈਜ਼, ਸੋ ਤਾਂ ਕਿ ਤੁਸੀਂ ਸਾਰਾ ਐਂਡ ਤੱਕ ਮੇਰਾ ਪ੍ਰੋਗਰਾਮ ਦੇਖਿਓ। ਬੜੇ ਮੁਸ਼ਕਿਲ ਹੁੰਦਾ ਦੇਖੋ, ਜਿਹੜੇ ਇੰਟਰਨੈਸ਼ਨਲ ਗੈਸਟ ਆਫਟਰ ਦਾ ਬ੍ਰੇਕ ਆਉਣਗੇ ਉਹਨਾਂ ਨਾਲ ਅਰੇਂਜ ਕਰਨਾ, ਵੀਡੀਓ ਕਾਲਿੰਗ ਕਰਨੀ, ਫਿਰ ਸਾਰਾ ਕੁਛ ਫਰੀਕੁਐਂਸੀ ਦਾ ਵੀ ਬੜਾ ਫਰਕ ਹੋ ਜਾਂਦਾ, ਕਦੀ ਲੱਗਦੀ ਕਦੀ ਨਹੀਂ ਲੱਗਦੀ। ਉਹ ਸਾਰੇ ਮੱਦੇ ਨਜ਼ਰ ਰੱਖ ਕੇ ਤੁਹਾਡੇ ਪਾਸ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਆਪਣੀ ਸੀਮਾ ਮਲਹੋਤਰਾ ਦੀ। ਤੁਹਾਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਜਾਸਤੀ ਏਸ਼ੀਅਨ ਲੋਕਾਂ ਨੂੰ ਅਫੈਕਟ ਕੀਤੀ ਇਹ ਬਿਮਾਰੀ। ਹਾਲੀ ਸਰਵੇ ਵਗੈਰਾ ਕਰਦੇ ਨੇ ਕਿਉਂ ਹੋਇਆ, ਕਾਹਤੇ ਹੋਇਆ। ਜੋ ਗੱਲਾਂ 'ਚ ਪਤਾ ਲੱਗਦਾ ਕਿ ਸਾਡੇ ਜਿਹੜੇ ਲੋਕ ਜਾਸਤੀ ਡਾਇਟ ਦੀ ਵਜ੍ਹਾ ਨਾਲ, ਸਾਡੀ ਡਾਇਟ ਠੀਕ ਨਹੀਂ ਹੁੰਦੀ। ਵੀ ਸਫਰ ਫਰਮ ਲੋਟ ਆਫ ਡਿਜ਼ੀਜ਼ਸ ਵਗੈਰਾ, ਡਾਇਬੀਟੀਜ਼ ਤੁਸੀਂ ਲੈ ਲਵੋ, ਬਲੱਡ ਪ੍ਰੈਸ਼ਰ ਲੈ ਲਓ, ਕਿਸੇ ਹੋਰ ਹਾਰਟ ਪ੍ਰੋਬਲਮ ਹੁੰਦੀ ਹੈ, ਓਵਰਵੇਟ ਹੁੰਦੇ ਨੇ, ਖੁਰਾਕ ਪ੍ਰੋਪਰ ਬੈਲੈਂਸ ਨਹੀਂ ਹੁੰਦੀ। ਦੈਟ ਕੁਡ ਬੀ ਵਨ ਆਫ ਦਾ ਰੀਜ਼ਨ ਆਪਣੇ ਏਸ਼ੀਅਨ ਲੋਕਾਂ ਨੂੰ ਜ਼ਿਆਦਾ ਹਿੱਟ ਕੀਤੀ ਹੈ। ਔਰ ਇਹ ਵੀ ਸੁਣਨ ਵਿੱਚ ਆਇਆ ਕਿ ਮੈਜੋਰਿਟੀ ਸਿੱਖ ਕਮਿਊਨਿਟੀ ਨੂੰ ਅਪ ਇਨ ਮਿਡਲੈਂਡਸ ਬਹੁਤ ਇਫੈਕਟ ਹੋਇਆ, ਕਾਫੀ ਡੈਥ ਹੋਈ ਉਹਨਾਂ ਦੀ।
मैं थोड़ा बहुता ਤੁਹਾਨੂੰ ਡੈਥ ਦੀ ਦੱਸਾਂ ਕਿ ਜਦੋਂ ਰਿਸਰਚ ਆਏਗੀ ਪਤਾ ਲੱਗੇਗਾ ਐਟਲੀਸਟ ਸਾਨੂੰ ਲਰਨ ਮਿਲੇਗਾ ਕਿ ਅਸੀਂ ਕੀ ਕਰਨਾ ਚਾਹੀਦਾ ਅਸੀਂ ਬਿਮਾਰੀਆਂ ਦੀ ਵੇਟ ਨਾ ਕਰੀਏ ਕਿ ਇੱਦਾਂ ਦੀ ਭਿਆਨਕ ਬਿਮਾਰੀ ਆਵੇ ਜਦੋਂ ਮੌਤਾਂ ਹਜ਼ਾਰਾਂ ਦੀ ਤਾਦਾਦ 'ਚ ਹੁੰਦੀ ਹੈ ਅਸੀਂ ਫਿਰ ਆਪਣੀ ਸਿਹਤ ਦਾ ਖਿਆਲ ਰੱਖੀਏ ਹਮੇਸ਼ਾ ਆਪਣੀ ਸਿਹਤ ਦਾ ਖਿਆਲ ਰੱਖੋ ਇਟਸ ਵੈਰੀ ਵੈਰੀ ਇੰਪੋਰਟੈਂਟ ਜੋ ਵੀ ਇਹ ਸਿਲਸਿਲਾ ਚੱਲ ਰਿਹਾ 6-7 ਵੀਕਾਂ ਦੇ ਵਿੱਚੋਂ ਲੋਕਡਾਊਨ ਹੋਇਆ ਅਸੀਂ ਰਿਸਟ੍ਰਿਕਸ਼ਨ ਹੈਗੀਆਂ ਨੇ ਗੌਰਮੈਂਟ ਨੇ ਆਪਣੀ ਗਾਈਡਲਾਈਨ ਦਿੱਤੀ ਤੁਸੀਂ ਇੰਪੋਜ਼ ਕੀਤਾ ਡਿਸਟੈਂਸ ਰੱਖਣਾ 2 ਮੀਟਰ ਦਾ ਇਹ ਜਿਹੜਾ ਥੋੜ੍ਹਾ ਬਹੁਤਾ ਲੋਕਡਾਊਨ ਖੁੱਲ੍ਹ ਵੀ ਗਿਆ ਇਹ ਡਿਸਟੈਂਸ ਬਹੁਤ ਦੇਰ ਤੱਕ ਚੱਲੇਗਾ ਸਾਲ 6 ਮਹੀਨੇ ਪੱਕਾ ਸਾਨੂੰ ਰੱਖਣਾ ਪਏਗਾ ਆਪਣੇ ਗਲਵਜ਼ ਪਾਓ ਮਾਸਕ ਪਾਓ ਇਹ ਇੱਕ ਤਰ੍ਹਾਂ ਦੀ ਹੈਬਿਟ ਬਣ ਜਾਣੀ ਚਾਹੀਦੀ ਹੈ ਜਿਹੜੀ ਸਾਡੇ ਪਾਸ ਫਰੀडम ਸੀਗੀ ਨਾ ਆਈ ਥਿੰਕ ਵੀ ਲੋਸਟ ਇਟ ਆਪਣੀ ਕੇਅਰਲੈਸ ਦੇ ਨਾਲ ਜਾਂ ਜਿਸ ਤਰ੍ਹਾਂ ਬਿਮਾਰੀ ਆਈ ਹੈ ਮੈਨ ਮੇਡ ਔਰ ਨੈਚੁਰਲ ਉਹ ਤੇ ਤੁਸੀਂ ਨਿਊਜ਼ ਸੁਣਦੇ ਆ ਰਹੇ ਕਿ ਕਿਸ ਤਰ੍ਹਾਂ ਕੀ ਹੋਇਆ ਕੀ ਨਹੀਂ ਹੋ ਰਿਹਾ ਮੈਂ ਹੁਣ ਥੋੜ੍ਹੀ ਬਹੁਤੀ ਤੁਹਾਨੂੰ ਨਾਲ ਦੀ ਨਾਲ ਦੱਸਾਂ ਕਿ ਜਿਹੜੇ ਇਹ ਕਿੰਨੇ ਇੰਪੋਰਟੈਂਟ ਹੈਗੇ ਜਿਹੜੀ ਗੌਰਮੈਂਟ ਦੀ ਗਾਈਡਲਾਈਨ ਹੈਗੀ ਹੈ ਬੜੀ ਐਕੂਰੇਟ ਫਿਗਰ ਹੈਗੇ ਨੇ ਪਰ ਮੈਂ ਬਹੁਤ ਡਿਟੇਲ 'ਚ ਨਹੀਂ ਦੇਵਾਂਗਾ ਕਿਉਂਕਿ ਮੈਂ ਨਾਲ ਦੀ ਨਾਲ ਤੁਹਾਨੂੰ ਕਹੀ ਜਨਾ ਤੁਸੀਂ ਆਪਣਾ ਪੋਜ਼ੀਟਿਵ ਹੋ ਆਪਣਾ ਮਾਈਂਡ ਸਟਰੋਂਗ ਰੱਖੋ ਜੇ ਮੈਂ ਤੁਹਾਨੂੰ ਨੈਗੇਟਿਵ ਗੱਲਾਂ ਦੱਸਾਂਗਾ ਤੁਸੀਂ ਹਿੰਮਤ ਹਾਰ ਜਾਓਗੇ ਸਾਰਾ ਰਾਤ ਦਾ ਸਾਰਾ ਦਿਨ ਤੁਸੀਂ ਉਹ ਸੋਚਦੇ ਰਹੋਗੇ ਸੋ ਫਾਰ ਯੂਕੇ ਦੇ ਵਿੱਚ ਤਕਰੀਬਨ ਜਸਟ ਅੰਡਰ 30,000 ਲੋਕਾਂ ਦੀ ਡੈਥ ਹੋ ਚੁੱਕੀ ਹੈ 30,000 ਇਟਸ ਲੋਟ ਆਫ ਪੀਪਲ ਟੂ ਡਾਈ ਲਾਸਟ 6-7 ਵੀਕਸ ਦੇ ਵਿੱਚ 30,000 ਬੰਦਿਆਂ ਦੀ ਡੈਥ ਹੋਈ ਹੈ ਪਹਿਲਾਂ ਸ਼ੁਰੂਆਤ ਦੇ ਵਿੱਚ 800-900,000 ਬੰਦਾ ਵਿਦਿਨ 24 ਆਵਰਸ ਡੈਥ ਹੁੰਦੀ ਸੀਗੀ ਯੂ ਨੋ ਦਿਸ ਇਜ਼ ਸਮਥਿੰਗ ਯੂ ਕਾਂਟ ਅਬਜ਼ੋਰਬ ਯੂ ਕਾਂਟ ਟੇਕ ਇਟ ਬੰਦੇ ਬੜੇ ਪੈਨਿਕ ਹੋ ਰਹੇ ਸੀ ਬੜਾ ਸੋਚਦੇ ਸੀਗੇ ਕਿ ਮੈਨੂੰ ਨਾ ਹੋ ਜੇ ਮੈਨੂੰ ਨਾ ਹੋ ਜੇ ਉਹ ਸੋਚ ਦੇ ਨਾਲ ਹੀ ਬਿਮਾਰ ਬਹੁਤ ਹੋ ਗਏ ਉਹਦੀ ਮੈਂ ਅੱਗੇ ਜਾ ਕੇ ਗੱਲ ਕਰਾਂਗਾ ਹੁਣ ਤਾਦਾਦ ਜਿਹੜੀ ਹੈਗੀ ਹੈ ਤਕਰੀਬਨ 400 ਬੰਦਾ ਐਵਰੀ 24 ਆਵਰਸ ਮਰਦਾ ਹੈਗਾ ਟਰਮੈਂਡਸਲੀ ਨੀਚੇ ਹੋ ਗਿਆ ਬਟ 400 ਵੀ ਮਰਨਾ ਇਟਸ ਅ ਹਿਊਜ ਨੰਬਰ ਬਹੁਤ ਹਿਊਜ ਨੰਬਰ ਹੈਗਾ ਕਿਉਂਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ 400 ਬੰਦਾ ਯੂਕੇ 'ਚ ਮਰਨਾ ਇਹ ਹੌਸਪੀਟਲਸ ਵਾਲੇ ਮੋਰਚਰੀਜ਼ ਵਗੈਰਾ ਕਿਸ ਤਰ੍ਹਾਂ ਇਹਨੂੰ ਡੀਲ ਕਰਦੇ ਹੋਣਗੇ ਦੇ ਹੈਵਨਟ ਗੋਟ ਦੈਟ ਮਚ ਰੂਮ ਇੱਕ ਤਾਂ ਤੁਸੀਂ ਉਹ ਨਾ ਭੁੱਲੋ ਜਿਹੜੀ ਜਨਰਲ ਡੈਥ ਹੁੰਦੀਆਂ ਨੇ ਐਵਰੀ ਈਅਰ ਥਰੂ ਮੈਨੀ ਰੀਜ਼ਨਸ ਹਰ ਬਿਮਾਰੀ ਦੀ ਡੈਥ ਹੁੰਦੀ ਹੈ ਹਰ ਤਰ੍ਹਾਂ ਦੀ ਕੈਂਸਰ ਦੀ ਤੁਸੀਂ ਲੈ ਲਓ ਡਾਇਬੀਟੀਜ਼ ਦੀ ਲੈ ਲਓ ਬਲੱਡ ਪ੍ਰੈਸ਼ਰ ਦੀ ਲੈ ਲਓ ਕੈਂਸਰ ਦੀ ਲੈ ਲਓ ਤੁਸੀਂ ਕਿਸੇ ਵੀ ਤਰੀਕੇ ਦੀ ਲੈ ਉਹਨਾਂ ਦੇ ਡੈਥ ਦੇ ਬਾਵਜੂਦ 400 ਡੈਥ 24 ਆਵਰਸ ਹੋਣੀਆਂ ਇਟਸ ਵੈਰੀ ਡਿਫਿਕਲਟ ਫॉर ਐਨੀ ਕੰਟਰੀ ਔਰ ਐਨੀ ਹੌਸਪੀਟਲ ਟੂ ਡੀਲ ਵਿਦ ਦਿਸ ਟੋਟਲੀ ਅਨਐਕਸਪੈਕਟਡ ਹੈਗੀ ਹੈ ਇਹ ਤਾਂ ਹੀ ਠੀਕ ਹੋ ਸਕਦਾ ਜੇ ਅਸੀਂ ਲੋਕ ਜਿੱਦਾਂ ਲਾਰਡ ਰਮੀ ਰੇਂਜਰ ਨੇ ਕਿਹਾ ਜਿੱਦਾਂ ਸੀਮਾ ਮਲਹੋਤਰਾ ਨੇ ਕਿਹਾ ਜਿਹੜੇ ਪ੍ਰੀਕਾਸ਼ਨਸ ਹੈਗੇ ਯੂ ਗੋਟ ਟੂ ਕੀਪ ਟੇਕਿੰਗ ਦੈਟ ਬਿਕੋਜ਼ ਇੱਕ ਤੁਹਾਡੇ ਦਿਮਾਗ ਦੇ ਵਿੱਚ ਨਾ ਪਰਮਾਨੈਂਟ ਇੱਕ ਡਰ ਰਹਿਣਾ ਚਾਹੀਦਾ ਕਿ ਜਿਹੜੀ ਸਾਨੂੰ ਗੌਰਮੈਂਟ ਨੇ ਗਾਈਡਲਾਈਨ ਚਾਹੀਦੀ ਮੈਨੂੰ ਫੋਲੋ ਕਰਨੀ ਪਏਗੀ ਬਿਕੋਜ਼ ਕਈ ਦਫਾ ਤੁਹਾਨੂੰ ਨਹੀਂ ਪਤਾ ਕਿ ਬਿਮਾਰੀ ਦੁਬਾਰਾ ਕਿੱਥੋਂ ਸ਼ੁਰੂ ਹੋ ਜਾਏਗੀ ਕਿੱਦਾਂ ਹੋ ਜਾਏਗੀ ਹਾਲੇ ਤੁਹਾਨੂੰ ਆਪਣੇ ਬਾਲੀਆ ਕੰਟਰੀ 'ਚ ਫਸੇ ਹੋਏ ਨੇ ਜੇ ਮੈਂ ਸਪੈਸ਼ਲੀ ਇੰਡੀਆ ਦੀ ਗੱਲ ਕਰਾਂ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਫਸੇ ਹੋਏ ਨੇ ਕਈ ਬੜੇ ਡਿਪਰੈਸ਼ਨ 'ਚ ਜਾ ਰਹੇ ਨੇ ਕਈ ਲੋਕਾਂ ਨੇ ਸੁਸਾਈਡ ਕਮਿਟ ਕਰ ਦਿੱਤਾ ਹੋਇਆ ਉਹਨਾਂ ਦੀ ਵੀ ਤਿਆਰੀ ਹੋ ਰਹੀ ਹੈ ਫਲਾਈਟਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ from major cities like Mumbai, Delhi, Ahmedabad, Amritsar, Bagara, Calcutta, few other destinations as well. It's going to take few weeks before ਸਭ ਉਹ ਜਦੋਂ ਇੱਥੇ ਆਉਣਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਇਹ ਲੋਕ ਇੰਡੀਆ ਗਏ ਸੀਗੇ ਮੈਂ ਹੁਣ ਜੇ ਸਪੈਸ਼ਲੀ ਪੰਜਾਬ ਦੀ ਗੱਲ ਕਰਾਂ ਜਿੰਨੇ ਵੀ NRI ਹੈਗੇ ਤੁਹਾਨੂੰ ਪਤਾ ਕਿ ਉਹਨਾਂ ਨੂੰ ਟ੍ਰੀਟਮੈਂਟ ਕਿੱਦਾਂ ਦੀ ਮਿਲਦੀ ਪਈ ਹੈ ਇਟਸ ਨੋ ਵੈਰੀ ਹੈਲਦੀ ਇਟਸ ਨੋ ਵੈਰੀ ਨਾਈਸ ਕਿ ਜਦ ਕਿ ਹਾਲੀ NRI ਹੈਗੇ ਨੇ ਕਿ ਜਿਹੜੀ ਪੰਜਾਬ ਦੀ ਇਕੋਨਮੀ ਉਹ ਰਨ ਕਰਦੇ ਨੇ ਸਾਰੀ ਜੋ ਵੀ ਉੱਥੇ ਤਕਲੀਫ ਆਉਂਦੀ ਆ ਸਭ ਤੋਂ ਪਹਿਲਾਂ NRI ਹੈਲਪ ਕਰਦੇ ਨੇ ਕਦੀ ਕਿਤੇ ਡਿਜ਼ਾਸਟਰ ਹੋਇਆ ਗੁਰੂ ਘਰ ਜਾਂ ਜਿੱਦਾਂ ਸਾਡੇ ਕਾਲ ਚੈਨਲ ਦੀ ਗੱਲ ਕਰੋ ਅਸੀਂ ਲੰਗਰ ਅਸੀਂ ਰਾਸ਼ਨ ਪਹੁੰਚਾਉਂਦੇ ਹਾਂ ਹਰ ਜਗ੍ਹਾ ਦੇ ਵਿੱਚ ਅਕਾਲ ਚੈਨਲ ਗੁਰੂ ਘਰ ਦੇ ਨਾਲ ਖੜੇ ਹੋ ਕੇ ਆਪਣੀ ਸੇਵਾ ਜੋ ਵੀ ਹੁੰਦੀ ਹੈ ਉਹ ਪਹੁੰਚਾਉਂਦੇ ਤੁਸੀਂ ਦੇਖਦੇ ਹੋ ਯੂਕੇ ਦੇ ਵਿੱਚ ਅਸੀਂ ਦਿਨ ਰਾਤ ਸੇਵਾ ਕਰਦੇ ਹਾਂ ਬਰਮਿੰਘਮ 'ਚ ਸਾਡੇ ਪਾਸ ਜਾਸਤੀ ਸਟਾਫ ਹੈਗਾ ਉੱਥੇ ਕੁਛ ਜਾਸਤੀ ਤਰੀਕੇ ਨਾਲ ਉਹਨੂੰ ਮੈਨੇਜ ਕਰ ਸਕਦੇ ਨੇ ਲੰਡਨ ਦੇ ਵਿੱਚ ਅਸੀਂ 3 ਜਾਣੇ ਸਿਰਫ ਮੈਂ ਆਪ ਹੈਗਾ ਸਾਡਾ ਸੁਖਦੇਵ ਕੈਮਰਾਮੈਨ ਰਵੀ ਬਲੀਨਾ ਹੋਰ ਸਾਨੂੰ ਵਲੰਟੀਅਰਸ ਮਿਲ ਜਾਂਦੇ ਨੇ ਵਲੰਟੀਅਰਸ ਆਉਂਦੇ ਨੇ ਬੜਾ ਸ਼ੁਕਰਾਨਾ ਕਰਦੇ ਨੇ ਲੇਕਿਨ 1-2 ਦਿਨ ਕਰਕੇ ਉਹਨਾਂ ਦੀ ਆਪਣੀ ਕਮਿਟਮੈਂਟ ਹੁੰਦੀ ਹੈ ਜਾਂ ਉਹਨਾਂ ਨੂੰ ਡਰ ਹੋ ਜਾਂਦਾ ਕਿ ਦੇਖਦੇ ਨੇ ਕਿ ਡਰ ਵਾਲਾ ਕੰਮ ਹੈਗਾ ਮੈਂ ਬਾਹਰ ਨਾ ਜਾਵਾਂ ਲੇਕਿਨ ਕਾਲ ਚੈਨਲ ਆਪਣਾ ਫਰਜ਼ ਉਠਾਉਂਦੀ ਹੈ ਕਰੀ ਜਾਏਗੀ ਹਮੇਸ਼ਾ ਅਸੀਂ ਕਹਿੰਦੇ ਸਾਡਾ
ਇੱਕ ਲੋਗੋ ਹੈਗਾ ਕਿ ਅਸੀਂ ਜੋ ਕਹਿੰਦੇ ਆ ਕਿ ਵੀ ਪ੍ਰੋਮਿਸ ਵੀ ਡਿਲੀਵਰ। ਅਕਾਲ ਚੈਨਲ ਕਰਦੀ ਆਈ ਹੈ, ਉਹ ਕਰਦੀ ਰਹੇਗੀ। ਇਹ ਸਿਰਫ ਇੱਕ ਤਰੀਕੇ ਨਾਲ ਹੋਏਗਾ, ਜਦ ਤੱਕ ਤੁਸੀਂ ਸਾਨੂੰ ਸਪੋਰਟ ਕਰਦੇ ਰਹੋਗੇ ਅਸੀਂ ਗਾਹਾਂ ਉਹੀ ਸਪੋਰਟ ਪਹੁੰਚਾਉਂਦੀ ਰਹੇਗੀ। ਵੱਡੀ ਕਮਾਲ ਦੀ ਗੱਲ ਹੈਗੀ, ਜੋ ਵੀ ਤੁਸੀਂ ਸਪੋਰਟ ਸਾਨੂੰ ਕਰਦੇ ਆ ਕਿਸੇ ਵੀ ਤਰੀਕੇ ਨਾਲ, ਫਾਈਨੈਂਸ਼ੀਅਲੀ ਕਰਦੇ ਹੋ ਜਾਂ ਰਾਸ਼ਨ ਦਿੰਦੇ ਹੋ, ਤੁਸੀਂ ਦੇਖ ਰਹੇ ਹੋ ਇਨ ਬਲੈਕ ਐਂਡ ਵਾਈਟ ਕਿ ਉਹ ਡਿਲੀਵਰ ਹੋ ਰਿਹਾ। ਕਈ ਦਫਾ ਜਦੋਂ ਚੈਰਿਟੀ ਨੂੰ ਪੈਸਾ ਜਾਂਦਾ ਬਹੁਤ ਦਫਾ ਪਤਾ ਨਹੀਂ ਲੱਗਦਾ, ਇਨਸਾਨ ਆਪਣੇ ਦਿਲੋਂ ਤਾਂ ਦੇ ਦਿੰਦਾ ਕਿ ਮੈਂ ਪੈਸਾ ਦੇ ਦਿੱਤਾ, ਉਹ ਅੱਗੇ ਗਿਆ ਕਿ ਨਹੀਂ ਗਿਆ ਪਤਾ ਨਹੀਂ ਲੱਗਦਾ। ਲੇਕਿਨ ਅਕਾਲ ਚੈਨਲ ਤੁਹਾਨੂੰ ਦਿਨ ਰਾਤ ਦਿਖਾਉਂਦੀ, ਸੇਵਾ ਕਰਦੀ, ਦਿਨ ਰਾਤ ਪ੍ਰੋਗਰਾਮ ਕਰਦੀ ਹੈ। ਜਿੱਥੇ ਜਿੱਥੇ ਡਿਲੀਵਰ ਹੁੰਦਾ, ਜਿਹੜੇ ਲੋਕਾਂ ਨੂੰ ਮਿਲਦਾ, ਕਈ ਗੱਲ ਕਰਦੇ ਨੇ ਕਈ ਨਹੀਂ ਕਰਦੇ, ਫੋਰ ਵਾਟ ਐਵਰ ਰੀਜ਼ਨਸ। ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰਕੇ ਤੁਸੀਂ ਆਪਣੀ ਸਟੇਟਮੈਂਟ ਦੇਵੋ। ਸਾਡਾ ਫਰਜ਼ ਹੈ ਵਲਨਰੇਬਲ ਲੋਕ ਜਿਹੜੇ ਬਾਹਰ ਨਹੀਂ ਜਾ ਸਕਦੇ, ਅਸੀਂ ਉਹਨਾਂ ਨੂੰ ਖਾਣਾ ਪਹੁੰਚਾਉਂਦੇ ਹਾਂ। ਅਸੀਂ ਸਭ ਆਪਣੀ ਕੋਸ਼ਿਸ਼ ਕਰੀਦੇ। ਦੇਖੋ ਸਾਡਾ MD ਸਰ ਅਮੀਰ ਸਿੰਘ ਕੋਨਰ ਵੀ ਖੁਦ ਜਾ ਕੇ ਡਿਲੀਵਰ ਕਰਦੇ ਨੇ। ਕੋਈ ਛੋਟਾ ਕੋਈ ਵੱਡਾ ਨਹੀਂ, ਚੈਨਲ ਦੇ ਵਿੱਚ ਹਰ ਬੰਦਾ ਇਸ ਸੇਵਾ ਦੇ ਵਿੱਚ ਲੱਗਿਆ ਹੋਇਆ। ਮੈਂ ਥੋੜ੍ਹੀ ਬਹੁਤੀ ਸੇਵਾ ਤੋਂ ਅੱਗੇ ਗੱਲ ਕਰਾਂ। ਹੁਣ ਜੇ ਮੈਂ ਅਮਰੀਕਾ ਦੀ ਗੱਲ ਕਰਾਂ, which is really badly hit than anywhere else in the world. ਤਕਰੀਬਨ 1.19 ਮਿਲੀਅਨ ਪੀਪਲ ਕਨਫਰਮਡ ਕੇਸਿਸ ਹੈਗੇ ਅਮਰੀਕਾ ਦੇ ਵਿੱਚ, ਆਲ ਓਵਰ ਅਮਰੀਕਾ ਦੇ ਵਿੱਚ 1.19 ਬਹੁਤ ਵੱਡਾ ਨੰਬਰ ਹੈਗਾ। ਉਹਦੇ ਵਿੱਚ ਦ ਗੁੱਡ ਨਿਊਜ਼ ਇਜ਼ ਆਮ ਲੋਕ ਨਾ ਹਮੇਸ਼ਾ ਡੈਥ ਦੱਸਦੇ ਨੇ, ਮੈਂ ਤੁਹਾਨੂੰ ਦੱਸਦਾ ਜਸਟ ਓਵਰ 153,000 ਲੋਕ ਰਿਕਵਰ ਹੋਏ ਨੇ। ਅਗਰ ਤੁਸੀਂ ਕੰਪੇਅਰ ਕੀਤਾ ਜਾਓ 1.19 ਦੇ ਵਿੱਚ 153 ਤੇ ਕੁਝ ਵੀ ਨਹੀਂ ਹੈਗਾ, ਬੜਾ ਛੋਟਾ ਰੇਸ਼ੋ ਹੈਗਾ ਹੈ। ਐਂਡ ਜਸਟ ਓਵਰ 68,000 ਪੀਪਲ ਹੈਵ ਡਾਈਡ, ਜਸਟ ਓਵਰ ਵੈਲ ਤੁਸੀਂ 70,000 ਕਹਿ ਲਓ ਲੋਕ ਮਰ ਚੁੱਕੇ ਨੇ ਅਮਰੀਕਾ ਦੇ ਵਿੱਚ। 9,200 ਹੈਲਥ ਕੇਅਰ ਵਰਕਰਸ ਜੋ ਪ੍ਰੋਵਾਈਡ ਕਰਦੇ ਨੇ ਨਾ, ਡਾਕਟਰ ਵਗੈਰਾ ਹੋਏ, ਨਰਸਿੰਗ ਵਗੈਰਾ ਹੋਈ, ਜੋ ਫਰੰਟ ਲਾਈਨ 'ਤੇ ਫੇਸ ਕਰਦੇ ਨੇ, ਉਹਨਾਂ ਨੂੰ ਅਫੈਕਟ ਕੀਤਾ 9,200 ਬੰਦਿਆਂ ਨੂੰ। ਹੁਣ ਦੂਸਰਾ ਜਿਹੜਾ ਫੇਜ਼ ਹੈਗਾ UK ਦੇ ਵਿੱਚ ਵੀ ਹੈਗਾ, ਆਮ ਸ਼ੋਰ ਦੂਜੇ ਕੰਟਰੀ 'ਚ ਇੱਦਾਂ ਹੋਇਆ। ਇਸੇ ਕਰਕੇ ਤੁਹਾਨੂੰ ਕੀਨੀਆ ਤੋਂ ਤੇ ਦੁਬਈ ਤੋਂ ਲੈ ਕੇ ਆਉਂਦੇ ਹਾਂ ਕਿ ਕੀ ਉੱਥੇ ਹਾਲਾਤ ਹੋ ਰਹੇ ਨੇ। ਅਮਰੀਕਾ ਦੇ ਵਿੱਚ ਲੋਕ ਸਪੈਸ਼ਲੀ ਜਿਹੜੇ ਹੈਲਥ ਵਰਕਰਸ ਹੈਗੇ ਨੇ, ਡਾਕਟਰਸ ਹੈਗੇ ਨੇ, ਦੂਸਰਾ ਫੇਜ਼ ਜਿਹੜਾ ਹੈਗਾ ਉਹ ਡਿਪਰੈਸ਼ਨ ਦਾ ਹੈਗਾ ਆ, ਸਟ੍ਰੈਸ ਦਾ ਹੈਗਾ ਆ, ਓਵਰਲੋਡ ਵਰਕ ਦਾ ਹੈਗਾ ਆ। ਉਹਦੇ ਨਾਲ ਵੀ ਲੋਕ ਬੜੇ ਬਿਮਾਰ ਹੋ ਗਏ ਨੇ। ਅਗਰ ਸਾਡੀ ਮੈਡੀਕਲ ਟੀਮ ਬਿਮਾਰ ਹੋਏਗੀ, ਤੁਸੀਂ ਇਮੈਜਿਨ ਕਰ ਸਕਦੇ ਹੋ ਫੁੱਲ ਟੀਮ ਹੋ ਕੇ ਜਿਹੜੇ ਲੋਕ ਰਿਟਾਇਰ ਹੋ ਗਏ ਸੀ, ਜਿਹੜੇ ਬਾਹਰੋਂ ਵੀ ਆ ਕੇ ਵਲੰਟਰੀ ਆਣ ਕੇ ਜੁਆਇਨ ਕਰਕੇ ਸੇਵਾ ਕਰ ਰਹੇ UK ਦੇ ਵਿੱਚ, ਤਾਂ ਕਿ ਇਹਨੂੰ ਜਿਹੜੀ ਬਿਮਾਰੀ ਆਈ ਹੈ ਇਹਨੂੰ ਅਸੀਂ ਇਹਦਾ ਇਲਾਜ ਕਰ ਸਕੀਏ। ਇਲਾਜ ਕੀ, ਉਹਨੂੰ ਘੱਟ ਕਰ ਸਕੀਏ ਕਿਸੇ ਨਾ ਕਿਸੇ ਤਰੀਕੇ ਨਾਲ। ਉਹ ਘੱਟ ਕਿੱਦਾਂ ਹੋਏਗੀ, ਜਿਹੜੀ ਗੌਰਮੈਂਟ ਦੀ ਗਾਈਡਲਾਈਨ ਹੈਗੀ ਆ। ਗਾਈਡਲਾਈਨ ਤੁਹਾਨੂੰ ਬਾਰ-ਬਾਰ ਅਸੀਂ ਦਿਖਾਉਂਦੇ ਹਾਂ, ਤੁਸੀਂ ਸਕਰੀਨ 'ਤੇ ਦੇਖਦੇ ਹੋ। ਦੇਖੋ ਜਿਹੜਾ ਰੈੱਡ ਕਵਚ ਕਿੱਦਾਂ ਦੁਨੀਆ ਦੇ ਵਿੱਚ ਇਹ ਕਰੋਨਾ ਫੈਲ ਗਿਆ ਹੋਇਆ, ਬੜੀ ਵੱਡੀ ਬਿਮਾਰੀ। ਵੀ ਹੈਵ ਟੂ ਟੇਕ ਕੇਅਰ ਓਨੈਸਟਲੀ 100%। ਇਹਨੂੰ ਅਸੀਂ ਲਾਈਟ ਨਹੀਂ ਲੈਣਾ ਪਏਗਾ। ਤੁਹਾਨੂੰ ਪਤਾ ਕਿ 2 ਵੀਕ ਹੋਰ ਗੌਰਮੈਂਟ ਨੇ ਲੋਕਡਾਊਨ ਐਕਸਟੈਂਡ ਕਰ ਦਿੱਤਾ। ਉਹਦੇ ਨਾਲ ਥੋੜ੍ਹਾ ਜਿਹਾ ਈਜ਼ ਕੀਤਾ ਉਹਨਾਂ ਨੇ। ਜਿਸ ਦਾ ਮੈਂ ਪਹਿਲਾਂ ਕਹਿੰਦਾ ਸੀ, ਉਹ ਟ੍ਰੈਂਡ ਦੇਖਣਗੇ ਕਿ ਕਿੰਨੇ ਬੰਦੇ ਮਾਰਦੇ ਨੇ, ਕਿੰਨੇ ਨਹੀਂ ਮਾਰਦੇ, ਉਹਦੇ ਹਿਸਾਬ ਨਾਲ ਖੋਲ੍ਹਣਗੇ। ਹੁਣ ਜਿਹਨੇ DIY ਸਟੋਰਸ ਹੈਗੇ ਨੇ, ਉਹ ਉਹਨਾਂ ਨੇ ਖੋਲ੍ਹੇ ਨੇ ਔਨ ਅ ਟਰਾਇਲ ਪੀਰੀਅਡ, ਲਿਮਿਟਡ ਆਵਰਸ ਖੋਲ੍ਹਣਗੇ। ਆਮ ਸ਼ੋਰ ਉੱਤੇ ਹਾਲੀ ਵੀ ਉਹ ਰਿਸਟ੍ਰਿਕਸ਼ਨ ਹੈਗੀ ਹੈ, ਤੁਸੀਂ ਗਲਵਸ ਪਾ ਕੇ ਜਾਣਾ, ਤੁਸੀਂ ਮਾਸਕ ਪਾ ਕੇ ਜਾਣਾ, ਤੁਸੀਂ 2 ਮੀਟਰ ਦਾ ਤੁਸੀਂ ਡਿਸਟੈਂਸ ਰੱਖਣਾ ਹੈਗਾ। ਇਹ ਜਿਹੜੀ ਸਾਡੇ ਪਾਸ ਅਸੀਂ ਫਰੀਲੀ ਸਟੋਰਾਂ ਦੇ ਵਿੱਚ ਰਸ਼ ਪਾ ਕੇ, ਜਦੋਂ ਸੇਲਾਂ ਵੀ ਲੱਗਦੀਆਂ ਸੀ ਜਾਂ ਸੇਲਾਂ ਨਹੀਂ ਵੀ ਸੀ ਹੁੰਦੀਆਂ ਸੀ, ਤੁਹਾਨੂੰ ਪਤਾ ਸੀ ਬੇਸ਼ੁਮਾਰ, ਤੁਹਾਨੂੰ ਕਈ ਦਫਾ 15-20 ਮਿੰਟ ਟਿਲ 'ਤੇ ਲੱਗ ਜਾਂਦੇ ਸੀ ਉਹਦੇ ਚੈੱਕਆਊਟ ਆਪਣੀ, ਜਦੋਂ ਸ਼ਾਪਿੰਗ ਕਰਕੇ ਤੁਸੀਂ ਬਾਹਰ ਨਿਕਲਦੇ ਸੀਗੇ। ਉਹ ਹਾਲਾਤ ਖਤਮ ਹੋ ਗਏ, ਉਹ ਲਗਜ਼ਰੀ ਉਹ ਨਹੀਂ ਹੈਗੀ ਹੁਣ। ਵੀ ਆਰ ਇਨ ਅ ਡਿਫਰੈਂਟ ਵਰਲਡ ਟੋਟਲੀ। ਟਰੈਵਲਿੰਗ ਟੋਟਲੀ ਬੰਦ ਹੋਈ ਹੈ, ਹੋਟਲਸ ਬੰਦ ਹੋਏ ਨੇ ਸਾਰੀ ਦੁਨੀਆ ਦੇ ਵਿੱਚ, ਸਭ ਵੱਡੀਆਂ ਵੱਡੀਆਂ ਫਰਮਾਂ ਵੀ ਬੰਦ ਹੈਗੀਆਂ ਨੇ। ਇਕੋਨਮੀ ਬਹੁਤ ਜ਼ਬਰਦਸਤ ਵਰਲਡ ਵਾਈਡ ਹਿੱਟ ਕਰ ਰਹੀ ਹੈ ਹਰ ਤਰ੍ਹਾਂ ਦੇ ਨਾਲ। ਇਹ ਜਦੋਂ ਲੋਕਡਾਊਨ ਖੁੱਲ੍ਹੇਗਾ, ਇਹਦੇ ਦਰਮਿਆਨ ਕਿੰਨੇ ਕੁ ਬਿਜ਼ਨਸ ਬਚਣਗੇ, ਕਿੰਨੇ ਕੁ ਨਹੀਂ ਬਚਣਗੇ। ਜੋ ਬਚਣਗੇ ਉਹ ਕਿੰਨੀ ਛੇਤੀ ਬਿਜ਼ਨਸ ਪਿਕ ਕਰਦੇ ਨੇ। ਮੈਂ ਜੇ ਹੁਣ ਟਰੈਵਲਿੰਗ ਇੰਡਸਟਰੀ ਦੀ ਗੱਲ ਕਰਾਂ, ਅਗਰ ਤੁਸੀਂ ਆਪਣੇ 'ਤੇ ਖੁਦ ਸੋਚੋ, ਤੁਸੀਂ ਹਰ ਸਾਲ ਵਿੱਚ 1 ਜਾਂ 2 ਦਫਾ ਇੰਡੀਆ ਜਾਂਦੇ ਸੀਗੇ ਬਗੈਰ ਮਤਲਬ ਤੋਂ। ਬੰਦਾ ਕਹਿੰਦਾ ਚਲੋ ਹੌਲੀਡੇ ਬੜੀ ਜ਼ਰੂਰੀ ਹੈਗੀ ਹੈ, ਅਸੀਂ 2 ਦਫਾ ਇੰਡੀਆ ਚੱਕਰ ਮਾਰ ਲੈਂਦੇ ਹਾਂ। ਆਈ ਥਿੰਕ ਉਹ ਚੀਜ਼ ਸਟਾਪ ਹੋ ਜਾਏਗੀ ਬਿਲਕੁਲ।
ਜਦੋਂ ਅਸੀਂ ਗਵਰਨਮੈਂਟ ਦੀ ਗਾਈਡਲਾਈਨ ਕਹਿੰਦੇ ਆ ਕਿ 2 ਮੀਟਰ ਦਾ ਡਿਸਟੈਂਸ ਰੱਖਣਾ, ਮਾਸਕ ਪਾਉਣਾ, ਗਲਵਸ ਪਾ ਕੇ ਰੱਖਣੇ ਨੇ, ਤੁਸੀਂ ਫਲਾਈਟ ਲੈਂਦੇ ਹੋ, 에ਅਰਪੋਰਟ ਤੇ ਚੈੱਕ ਇਨ ਕਰਨਾ, ਉੱਥੇ ਕਿਸ ਤਰ੍ਹਾਂ ਹੋਏਗਾ, ਉਹ ਕਿਸ ਤਰ੍ਹਾਂ ਇਹ ਇੰਪਲੀਮੈਂਟ ਕਰਦੇ ਨੇ 에ਅਰਪੋਰਟ ਦੇ ਵਿੱਚ ਪ੍ਰੋਸੀਜਰ, ਚੈੱਕ ਇਨ ਦੇ ਵਿੱਚ ਅੰਟਿਲ ਯੂ ਬੋਰਡ ਦੀ ਪਲੇਨ ਦੇ ਵਿੱਚ ਉਹਨੂੰ ਕਿਸ ਤਰ੍ਹਾਂ 2 ਮੀਟਰ ਦਾ ਡਿਸਟੈਂਸ ਰੱਖਿਆ ਜਾਏਗਾ। ਅਗਰ 2 ਮੀਟਰ ਦਾ ਡਿਸਟੈਂਸ ਰੱਖਣਗੇ, ਹਾਫ ਅ ਪਲੇਨ ਖਾਲੀ ਜਾਏਗਾ, ਮੇਬੀ ਦੇ ਕੈਨੋਟ ਅਫੋਰਡ ਟੂ ਫਲਾਈ ਐਜ਼ ਇਟ ਇਜ਼। ਦੇ ਆਲਰੇਡੀ ਇਕੋਨਮੀ ਫਾਈਨੈਂਸ਼ੀਅਲੀ ਬਹੁਤ ਹਿੱਟ ਕੀਤੀ 에ਅਰਲਾਈਨਾਂ, ਤੁਹਾਨੂੰ ਪਤਾ ਜਿੱਦਾਂ 에ਅਰ ਇੰਡੀਆ ਇਜ਼ ਟਰਬਲ ਫਾਈਨੈਂਸ਼ੀਅਲੀ ਐਟ ਦ ਮੋਮੈਂਟ, ਵਰਜਨ ਅਟਲਾਂਟਿਕ ਆਸਟ੍ਰੇਲੀਆ ਗੋਨ ਬੈਂਕਰਪਟ। ਇਸੇ ਤਰ੍ਹਾਂ ਕਾਫੀ ਯੂਰਪੀਅਨ 에ਅਰਲਾਈਨਾਂ ਜਿਹੜੀ ਬਜਟ 에ਅਰਲਾਈਨਾਂ ਹੈਗੀਆਂ, ਕਾਫੀ ਇਫੈਕਟ ਹੋਏਗਾ। ਸ਼ੁਰੂਆਤ ਦੇ ਵਿੱਚ ਨਹੀਂ ਪਤਾ ਸੀ ਕਿ ਅਸੀਂ ਕਿਸ ਡਾਇਰੈਕਸ਼ਨ 'ਚ ਜਾ ਰਹੇ ਹਾਂ। ਜੋ ਸਾਡਾ ਟਾਈਮ ਅੱਗੇ ਨਿਕਲਦਾ ਸਾਨੂੰ ਪਤਾ ਲੱਗਦਾ ਜਾ ਰਿਹਾ ਕਿ ਇੱਕ ਬਿਮਾਰੀ ਦਾ ਫੇਜ਼ ਆਇਆ ਸੀਗਾ, ਬੇਸ਼ੁਮਾਰ ਡੈਥ ਵਗੈਰਾ ਹੋਈਆਂ। ਦੂਸਰਾ ਫੇਜ਼ ਆਇਆ ਡਿਪਰੈਸ਼ਨ ਦਾ, ਸਟ੍ਰੈਸ ਦਾ, ਉਹਦੇ ਨਾਲ ਲੋਕੀ ਬਿਮਾਰ ਹੋ ਰਹੇ ਨੇ ਕਾਫੀ ਤਰੀਕੇ ਨਾਲ। ਰੱਬ ਨਾ ਕਰੇ ਕਿਸੇ ਨੂੰ, ਦੇਖੋ ਹਰ ਟਾਈਮ ਦੇ ਵਿੱਚ ਜੋ ਵੀ ਅਸੀਂ ਟਾਈਮ 'ਚ ਜਾ ਰਹੇ ਹਾਂ, there are a lot of people out there who need a medical help, who need to go visit a doctor, and they need to go visit a hospital. ਤੁਸੀਂ ਜਾਣਦੇ ਹੋ, ਮੈਂ ਜਾਣਦਾ, everyone is reluctant to go to the hospital because the hospital cannot cope with the normal ਬਿਮਾਰੀ ਦੇ ਨਾਲ, ਕਰੋਨਾ ਵਾਇਰਸ ਦੀ, ਤੇ ਉਹਦੇ ਉੱਪਰ ਦੂਸਰਾ ਬਰਡਨ ਕਿਸ ਤਰ੍ਹਾਂ ਹੋਏਗਾ। ਬੜਾ ਮੁਸ਼ਕਿਲ ਹੈਗਾ ਕਿ ਜਿਹੜੇ ਤੁਹਾਨੂੰ ਬਿਮਾਰੀਆਂ, ਤੁਹਾਨੂੰ ਮੈਡੀਕੇਸ਼ਨ ਚਾਹੀਦੀ ਹੈ, ਤੁਸੀਂ ਹਸਪੀਟਲ 'ਚ ਚੈੱਕਅਪ ਲਈ ਜਾਂਦੇ ਸੀ, ਸਿੰਪਲ ਤੁਹਾਡੇ ਆਈ ਟੈਸਟ ਲਈ ਜਾਂਦੇ ਸੀ, ਉਹ ਸਭ ਕੁਝ ਬੰਦ ਹੋ ਚੁੱਕਾ ਹੈ। ਇਹ ਡਿਲੇ ਦੇ ਨਾਲ ਤੁਹਾਨੂੰ ਫਰਕ ਬਹੁਤ ਪਏਗਾ। ਦਰ ਸਰਟਨ ਥਿੰਗ, ਜਦੋਂ ਤੁਹਾਨੂੰ ਡਾਇਬੀਟਿਸ ਹੈਗੀ ਹੈ, ਤੁਸੀਂ ਸ਼ੂਗਰ ਲੈਵਲ ਚੈੱਕ ਕਰਦੇ ਹੋ, ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ, ਇਹ ਸਭ ਕੁਝ ਤੁਸੀਂ ਘਰ ਹੀ ਕਰ ਪਾਓਗੇ। ਐਂਡ ਹੋਪਫੁਲੀ ਤੁਸੀਂ ਆਪਣੀ ਡਾਈਟ ਮੇਨਟੇਨ ਕਰਦੇ ਹੋ ਤਾਂ ਕਿ ਤੁਹਾਨੂੰ ਕੋਈ ਸਟ੍ਰੈਸ ਨਾ ਹੋ ਜਾਵੇ, ਤੁਸੀਂ ਜਾਸਤੀ ਬਿਮਾਰ ਨਾ ਹੋ ਜਾਵੋ, ਤੁਹਾਨੂੰ ਕਿਤੇ ਹਸਪੀਟਲ ਨਾ ਜਾਣਾ ਪੈ ਜਾਵੇ। ਜਿਹੜਾ ਗਾਈਡਲਾਈਨ ਗਵਰਨਮੈਂਟ ਦੀ ਹੈਗੀ, ਪਲੀਜ਼ ਤੁਸੀਂ ਇਹਦੇ ਉੱਪਰ ਧਿਆਨ ਰਵੋ। ਮੈਂ ਬੜੇ ਸ਼ਾਰਟ ਦੇ ਵਿੱਚ ਤੁਹਾਨੂੰ ਲਾਰਡ ਰਵੀ ਰੇਂਜਰ ਨੇ, MP ਸੀਮਾ ਮਲਹੋਤਰਾ ਨੇ ਤੁਹਾਨੂੰ ਐਡਵਾਈਸ ਦਿੱਤੀ ਹੈ, ਆਪਣਾ ਡਿਸਟੈਂਸ ਰੱਖੋ, ਆਪਣੇ ਹੱਥ ਵਾਸ਼ ਕਰੋ ਐਵਰੀ ਟਾਈਮ ਤੁਸੀਂ ਘਰ ਦੇ ਵਿੱਚ ਬਾਹਰ ਹੈਗੇ ਹੋ। ਇਹ ਬਹੁਤ ਜ਼ਰੂਰੀ ਚੀਜ਼ਾਂ ਹੈਗੀਆਂ ਨੇ। ਇੱਕ ਮੈਂਬਰ ਬਾਹਰ ਜਾਂਦਾ, ਮੈਂ ਬਾਰ-ਬਾਰ ਹਰ ਦਫਾ ਮੇਰੇ ਪ੍ਰੋਗਰਾਮ 'ਚ ਰਿਪੀਟ ਕਰਦਾ, ਤੁਸੀਂ ਉਹ ਫਰੀਲੀ ਜਦੋਂ ਘਰ ਜਾਂਦੇ ਹੋ, ਅਗਰ ਤੁਹਾਡੇ ਲਈ ਕੋਈ ਇਨਸਾਨ, ਤੁਹਾਡੀ ਮਿਸਿਸ ਦਾ, ਤੁਹਾਡਾ ਹਸਬੈਂਡ ਦਾ, ਕੋਈ ਵੀ ਤੁਹਾਡਾ ਮਾਂ ਜਾਂ ਬਾਪ ਦਰਵਾਜ਼ਾ ਖੋਲ੍ਹਦੇ, ਉਹਨਾਂ ਨੂੰ ਗ੍ਰੀਟ ਨਾ ਕਰੋ। ਡੋਂਟ ਲੈਟ ਦ ਕਿਡਸ ਰਨ ਅਪ ਟੂ ਯੂ ਕਿ ਡੈਡ ਆਇਆ, ਕਿ ਮਮ ਆ ਗਈ, ਕਿ ਮੇਰੇ ਲਈ ਕੀ ਲੈ ਕੇ ਆਏ ਹੋ। ਇਹ ਚੀਜ਼ਾਂ ਸਾਡੇ ਲਈ ਨਾ ਇੱਕ ਹਿਸਟਰੀ ਰਹਿ ਗਈਆਂ ਨੇ ਫॉर ਸਮ ਟਾਈਮ, ਵੈਰੀ ਅਨਫੇਅਰ, ਬਟ ਦਿਸ ਇਜ਼ ਓਨਲੀ ਵੇ ਵੀ ਕੈਨ ਬੀਟ ਦਿਸ ਬਿਮਾਰੀ। ਸੋਸ਼ਲ ਡਿਸਟੈਂਸ ਬਹੁਤ ਇੰਪੋਰਟੈਂਟ ਹੈਗਾ। ਆਮ ਦੇਖਿਆ ਜਾ ਰਿਹਾ, ਮੈਨੂੰ ਬੜੇ ਲੋਕ ਰਿੰਗ ਕਰਦੇ ਨੇ, ਆਈ ਐਮ ਸੌਰੀ ਟੂ ਸੇ ਦੈਟ ਜਿਹੜੇ ਆਦਮੀ ਨੇ ਨਾ, ਉਹ ਜਾਸਤੀ ਨਾ ਕੇਅਰ ਨਹੀਂ ਕਰ ਰਹੇ, ਬੇਪਰਵਾਹ ਬਹੁਤ ਹੈਗੇ ਨੇ। ਬੜੇ ਦੇ ਲੋਕਾਂ ਦੀ ਮਿਸਿਸ ਦੇ ਕਾਲ ਆਉਂਦੇ ਨੇ ਕਿ ਮੇਰਾ ਆਦਮੀ ਇੱਦਾਂ ਕਰਦਾ, ਮੇਰਾ ਆਦਮੀ ਇੱਦਾਂ ਕਰਦਾ। ਇਹ ਚੁਗਲੀ ਨਹੀਂ, ਇਹ ਕੰਪਲੇਨ ਨਹੀਂ ਹੈਗੀ, ਲੇਕਿਨ ਕਿਉਂਕਿ ਮਾਂ ਵਰਿਡ ਹੁੰਦੀ ਹੈ, ਬੱਚੇ ਘਰ 'ਚ ਨੇ, ਮਾਂ ਪਿਓ ਘਰ ਵਿੱਚ ਹੈਗੇ ਨੇ। ਅਗਰ ਤੁਸੀਂ ਆਪਣਾ ਨਹੀਂ ਖਿਆਲ ਸੋਚਦੇ, ਆਪਣੇ ਬੱਚਿਆਂ ਦਾ ਸੋਚੋ, ਆਪਣੇ ਘਰਵਾਲੀ ਦਾ ਸੋਚੋ, ਆਪਣੇ ਮਾਂ ਪਿਓ ਦਾ ਸੋਚੋ। ਤੁਸੀਂ ਦੇ ਪੀਪਲ ਹੈਵ ਨੋ ਲੈਫਟ ਹੋਮ ਫॉर ਲਾਸਟ 6-7 ਵੀਕਸ। ਤੁਸੀਂ ਬਾਹਰ ਖੁੱਲ੍ਹੇਆਮ ਫਿਰ ਕੇ ਬਿਮਾਰੀ ਬਾਹਰੋਂ ਘਰ ਲੈ ਕੇ ਆਓਗੇ, ਸਾਰਾ ਟੱਬਰ ਦਾ ਟੱਬਰ। ਮੇਰੇ ਪਾਸ ਹਾਲਾਤ ਕਾਫੀ ਹੈਗੇ, ਮੈਨੂੰ ਪਤਾ, ਲੋਕਾਂ ਦਾ ਨਾਮ ਨਹੀਂ ਲਵਾਂਗਾ, ਜਿਨ੍ਹਾਂ ਦੀ ਇੱਕ ਬੰਦੇ ਕਰਕੇ ਸਾਰੀ ਫੈਮਿਲੀ ਬਿਮਾਰ ਪਈ ਹੈ। ਦ ਹੋਲ ਫੈਮਿਲੀ ਇਜ਼ ਇਨ ਬੈਡ, ਇਨਕਲੂਡਿੰਗ ਦ ਪੇਰੈਂਟਸ, ਦ ਮਿਸਿਸ ਐਂਡ ਦ ਬੱਚੇ, ਔਰ ਬਜ਼ੁਰਗ ਵੀ। ਸਾਂਭਣ ਵਾਲਾ ਕੌਣ ਹੈ ਘਰ ਦੇ ਵਿੱਚ? ਪਲੀਜ਼ ਥੋੜ੍ਹੀ ਜਿਹੀ ਅੱਖਾਂ ਖੋਲ੍ਹੋ। ਦੀਜ਼ ਆਰ ਵੈਰੀ ਵੈਰੀ ਇੰਪੋਰਟੈਂਟ। ਆਪਣਾ ਖਿਆਲ ਰੱਖੋ। ਪਹਿਲਾ ਟਾਈਮ ਹੈ, ਨਿਕਲ ਜਾਏਗਾ, ਲੇਕਿਨ ਕਹਿੰਦੇ ਰਾਤ ਪਈ ਤੇ ਦਿਨ ਆਏਗਾ, ਦਿਨ ਆਇਆ ਤਾਂ ਰਾਤ ਪਏਗੀ। ਇਹਨੂੰ ਜ਼ਰਾ ਟਾਈਮ ਲੱਗੇਗਾ, ਬਹੁਤ ਟਾਈਮ ਲੱਗੇਗਾ ਇਹਨੂੰ। ਆਪਣਾ ਖਿਆਲ ਰੱਖੋ ਤੇ ਹਮੇਸ਼ਾ ਵਾਚ ਕਰੋ ਅਕਾਲ ਚੈਨਲ। ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਆਪਣੇ ਪ੍ਰੋਗਰਾਮ ਵੀ ਤੁਹਾਡੇ ਪਾਸ ਲੈ ਕੇ ਆਈਏ, ਉਹ ਜੋ ਇਨਫੋਰਮੇਟਿਵ ਐਜੂਕੇਸ਼ਨਲ ਕੋਈ ਮੈਸੇਜ ਹੁੰਦਾ ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਜਿੱਦਾਂ ਅੱਜ ਤੁਹਾਨੂੰ 2 ਮੈਸੇਜ ਪਹੁੰਚਾਏ ਗਏ, ਔਰ ਮੈਂ ਉਮੀਦ ਰੱਖਦਾ ਤੁਸੀਂ ਮੇਰਾ ਆਫਟਰ ਦਾ ਬ੍ਰੇਕ ਦੇਖੋਗੇ, ਜੋ ਕਿ ਇੰਟਰਨੈਸ਼ਨਲ ਗੈਸਟ ਇੱਕ ਕਿਤੋਂ ਬਾਹਰਲੀ ਕੰਟਰੀ ਤੋਂ ਮੈਂ ਥੋੜ੍ਹਾ ਸਰਪ੍ਰਾਈਜ਼ ਰੱਖਿਆ। ਅਦਰਵਾਈਜ਼ ਤੁਸੀਂ TV ਬੰਦ ਕਰਕੇ ਸੌਣ ਚਲੇ ਜਾਓਗੇ। ਮੈਂ ਚਾਹੁੰਦਾ ਤੁਸੀਂ ਰਾਈਟ ਐਂਡ ਤੱਕ ਦੇਖੋ, ਕੁਛ ਨਾ ਕੁਛ ਅੱਛਾ ਹੋਏਗਾ। ਬਾਹਰਲੀ ਦੁਨੀਆ ਦਾ ਪਤਾ ਲੱਗਦਾ ਕੀ ਹੋ ਰਿਹਾ, ਤੁਹਾਡਾ ਮਾਈਂਡ ਕਿਤੇ ਹੋਰ ਚਲਾ ਜਾਏਗਾ। ਐਟਲੀਸਟ ਤੁਸੀਂ ਉਹ ਅੱਧੇ ਘੰਟੇ ਲਈ ਕੁਛ ਫਿਕਰ ਨਹੀਂ ਕਰੋਗੇ, ਕੁਛ ਸਟ੍ਰੈਸ ਨਹੀਂ ਲਓਗੇ। ਹਮੇਸ਼ਾ ਅਕਾਲ ਚੈਨਲ ਦੇਖਦੇ ਰਹੋ। ਇਸੇ ਤਰ੍ਹਾਂ ਪ੍ਰੋਗਰਾਮ ਅਸੀਂ ਲੈਂਦੇ ਆਵਾਂਗੇ।
ਅੱਗੇ ਨੈਕਸਟ ਵੀਕ ਸੇਮ ਟਾਈਮ ਰੱਬ ਜ਼ਿੰਦਗੀ ਦੇਵੇ ਕਿਸੇ ਹੋਰ ਮੁਲਕ ਵਿੱਚੋਂ ਕਿਸੇ ਹੋਰ ਹਸਤੀ ਦੇ ਨਾਲ ਅਸੀਂ ਵੀਡੀਓ ਕਾਲ ਕਰਾਂਗੇ ਤੇ ਅਸੀਂ ਤੁਹਾਨੂੰ ਹੁਣ ਬ੍ਰੇਕ ਤੋਂ ਬਾਅਦ ਸਾਡੀ ਇੰਟਰਵਿਊ ਇੰਟਰਨੈਸ਼ਨਲ ਗੈਸਟ ਨਾਲ ਤੁਸੀਂ ਉਹ ਦੇਖਿਓ ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਮੁਲਾਕਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਵੈਲਕਮ ਬੈਕ ਇਨ ਦ ਸੈਕੰਡ ਪਾਰਟ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਲਾਸਟ ਵੀਕ ਵੀ ਅਸੀਂ ਇੰਟਰਨੈਸ਼ਨਲ ਗੈਸਟ ਲੈ ਕੇ ਆਉਂਦੇ ਹਾਂ ਲੋਕਡਾਊਨ ਕਰਕੇ ਅਸੀਂ ਵੀਡੀਓ ਕਾਲ ਕਰਦੇ ਹਾਂ ਉਹਨਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀ ਜਗ੍ਹਾ ਤੋਂ ਤੁਹਾਨੂੰ ਅਸੀਂ ਪ੍ਰੋਗਰਾਮ ਦਿਖਾਇਆ ਕਰਾਂਗੇ ਲਾਸਟ ਵੀਕ ਅਸੀਂ ਕੀਨੀਆ ਤੋਂ ਕੀਤਾ ਸੀ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਹਿਲਾਂ ਸਟਾਰਟ ਵਿੱਚ ਨਹੀਂ ਦੱਸਿਆ ਸਾਡੇ ਗੈਸਟ ਕੌਣ ਹੈਗੇ ਨੇ ਸਾਡੇ ਗੈਸਟ ਅੱਜ ਹੈਗੇ ਨੇ ਸਰਦਾਰ ਸੁਰਿੰਦਰ ਸਿੰਘ ਖੰਡਾਰੀ ਦ ਫਾਊਂਡਰ ਐਂਡ ਓਨਰ ਆਫ ਗੁਰੂ ਨਾਨਕ ਦਰਬਾਰ ਗੁਰਦੁਆਰਾ ਇਨ ਦੁਬਈ UAE ਬੜਾ ਅੱਛਾ ਲੱਗਦਾ ਬੜੇ ਬਿਜ਼ੀ ਨੇ ਸਭ ਕੁਛ ਜਿੱਥੇ ਜਿੱਥੇ ਸਾਡੀ ਕਮਿਊਨਿਟੀ ਹੈ ਜਿੱਥੇ ਸਾਡੇ ਗੁਰੂ ਘਰ ਹੈਗੇ ਨੇ ਤੁਹਾਨੂੰ ਪਤਾ ਜਿਹੜਾ ਆਪਣਾ ਦੁਬਈ ਦਾ ਗੁਰਦੁਆਰਾ ਵਰਲਡ ਫੇਮਸ ਹੈਗਾ ਫॉर ਮੈਨੀ ਰੀਜ਼ਨਸ ਫਸਟਲੀ ਬੀਇੰਗ ਇਨ ਦਾ ਮੁਸਲਿਮ ਕੰਟਰੀ ਫਿਰ ਸਾਰਿਆਂ ਨੂੰ ਪਹਿਲਾ ਗੁਰੂ ਘਰ ਆਪਣੇ UAE 'ਚ ਬਣਿਆ ਤੇ ਸਰਦਾਰ ਸੁਰਿੰਦਰ ਸਿੰਘ ਖੰਡਾਰੀ ਉਹਨਾਂ ਦੇ ਫਾਊਂਡਰ ਓਨਰ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Waheeguru Ji Khalsa, Waheeguru Ji Fateh. Wali ji, thank you very much for inviting me for this meeting. I am quite honored and I'd like to share the experiences we have in Dubai during the lockdown. ਭਾਜੀ ਬਹੁਤ Our ਅੱਛਾ Gurdwara has ਮੈਂ been closed from... ਫਸਟ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਅਕਾਲ ਚੈਨਲ 'ਤੇ ਆਪਣੇ ਰੂਬਰੂ ਹੋਣਗੇ ਆਪਣੇ ਐਕਸਪੀਰੀਅੰਸ ਦੱਸੋਗੇ ਦੁਬਈ ਦੇ ਵਿੱਚ ਤੇ ਭਾਜੀ ਤੁਹਾਨੂੰ ਪਤਾ ਕਿ ਕਰੋਨਾ ਵਾਇਰਸ ਕਰਕੇ ਸਭ ਦੁਨੀਆ ਲਾਕਡਾਊਨ ਹੈਗੀ ਹੈ ਅਸੀਂ ਅਕਾਲ ਚੈਨਲ ਦੇ ਉੱਪਰ ਤਰ੍ਹਾਂ ਤਰ੍ਹਾਂ ਮੁਲਕਾਂ ਦੇ ਵਿੱਚੋਂ ਪ੍ਰੋਗਰਾਮ ਲੈ ਕੇ ਦੁਨੀਆ ਨੂੰ ਦਿਖਾਉਂਦੇ ਹਾਂ ਲਾਸਟ ਵੀਕ ਅਸੀਂ ਕੀਨੀਆ ਤੋਂ ਦਿਖਾਇਆ ਸੀ ਅੱਜ ਸਾਡੀ ਕਿਸਮਤ ਕਿ ਤੁਸੀਂ ਵੀਡੀਓ ਕਾਲ ਲੈ ਕੇ ਦੁਬਈ ਦੇ ਬਾਰੇ ਹਾਲਾਤ ਵਗੈਰਾ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਕੋਪ ਕਰ ਰਹੇ ਹੋ the Gurdwara actually March 19th to band hai, and hopefully we'll be opening it at the end of May because we are taking a lot of precaution. We are now going to start the Gurdwara at the end of May, and before we start, we're going to build a disinfectant tunnel, sanitizers all over, and temperature scanner everywhere, so that we are taking care of the safety of the people and safety of the Gurdwara. And we want to see that everybody who comes to the Gurdwara is properly sanitized and properly taken care of. Because it's our duty to see that we take care of humanity. Because we are all God's children, we are all children of one God. And we take care of them, we'll be taking care of ourselves. Even though the Gurdwara is closed, हर शाम ਨੂੰ 6 ਤੋਂ ਲੈ ਕੇ 7 ਵਜੇ ਤੱਕ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਹਾਂ ਕੀਰਤਨ ਕਰਨੇ ਹਾਂ ਹੁਕਮਨਾਮਾ ਤੇ ਅਰਦਾਸ this is on Zoom to about 150 to 200 families every day in the evening. Then also we are doing food distribution. ਅਸੀਂ ਕਾਫੀ ਲੇਬਰ ਕੈਂਪਸ ਵਿੱਚ ਜਿੱਥੇ ਕਾਫੀ ਤਕਲੀਫ ਹੈ ਲੋਕਾਂ ਨੂੰ ਸਾਡੇ ਸਿੱਖ ਭਰਾ ਵੀ ਹਨ ਬਾਕੀ ਇੰਡੀਅਨਸ ਵੀ ਹਨ in other nationalities ਲੋਕ ਵੀ ਹਨ we're giving them free food we're giving raw food as well as cooked food wherever there are no cooking facilities we're giving them cooked food ਜਿੱਥੇ ਵੀ ਪ੍ਰੋਬਲਮ ਹੈ whether ਸਹੂਲਤ ਹੈ ਉਹਨਾਂ ਕੋਲ we're giving them raw food and average we are distributing about 1000 to 1500 people food on a regular basis on every single day. And this is a month of Ramadan in Dubai, where everything is quite locked down in the sense of the malls are only opening for short times. So ਅਸੀਂ ਇਹ ਕੋਸ਼ਿਸ਼ ਕਰਨਾ ਕਿ ਜਿੱਥੇ ਸਾਡੇ humanity people have, we take care of them by serving them food. Because ਇਸ time ਅਸੀਂ ਉਹਨਾਂ ਦੇ ਕੰਮ ਆ ਸਕਦੇ ਹਾਂ ਕਿਉਂਕਿ ਉਹਨਾਂ ਸਾਰਿਆਂ ਨੂੰ ਜ਼ਰੂਰਤ ਹੈ. And we've been fortunate that we are getting the opportunity to serve the community at large. This is our mission today, to see that nobody goes hungry. And as per Sikh DNA, we want to see that nobody goes hungry, everybody has food to eat, and we are able to get the opportunity to serve the people. ਭਾਜੀ ਦੁਬਈ ਗੁਰਦੁਆਰਾ ਤੁਸੀਂ ਹਮੇਸ਼ਾ ਬੜੇ ਕਮਾਲ ਦਾ ਕਰ ਰਹੇ ਬੜਾ ਐਕਸਟਰਾਆਰਡੀਨਰੀ ਕੰਮ ਕਰਦੇ ਆਏ ਹੋ ਵਰਲਡ ਫੇਮਸ ਗੁਰੂ ਘਰ ਹੈ ਤੁਹਾਡਾ ਦੁਬਈ ਵਾਲਾ ਬੜਾ ਨਾਮ ਬੜੀ ਇੱਜ਼ਤ ਬੜੀ ਸ਼ੋਹਰਤ ਕਮਾਈ ਹੈ ਤੁਸੀਂ ਹੁਣ ਲਾਕਡਾਊਨ ਦੇ ਵਿੱਚ ਤੁਹਾਨੂੰ ਫੀਲ ਹੋ ਰਿਹਾ ਕਿ ਤੁਹਾਨੂੰ ਬੜੀ ਰਿਸਟ੍ਰਿਕਸ਼ਨ ਹੋ ਗਈ ਹੈ ਆਪਣੀ ਸੰਗਤ ਨਹੀਂ ਆ ਸਕਦੀ ਹੁਣ ਤੁਸੀਂ ਬੇਸ਼ੱਕ ਲੰਗਰ ਦਿੰਦੇ ਹੋ ਹੋਰ ਕਿਸ ਤਰ੍ਹਾਂ ਤੁਸੀਂ ਆਪਣੀ ਫੈਮਲੀਆਂ ਦੇ ਵਿੱਚ ਸਪੈਸ਼ਲੀ ਜੇ ਮੈਂ ਸਿੱਖ ਕਮਿਊਨਿਟੀ ਕਮਾਂ ਕੁਛ ਵਾਰਿਸ ਦਾ ਕੁਛ ਲਪੇਟਾ ਪਿਆ ਕੋਈ ਸਫਰ ਹੋਏ ਨੇ ਉਹਦੇ ਵਿੱਚ
We have been very, very fortunate. Saudi community which ਕਿਸੇ ਨੂੰ ਕੋਈ affect ਨਹੀਂ ਹੋਇਆ, because we have taken a lot of precautions by having sanitizers, masks distributed to everybody, so that we kept taking care of our community. And we saw that even the labor camps which ਜਿੱਥੇ ਵੀ ਅਸੀਂ ਪਹੁੰਚ ਸਕਨੇ ਹਾਂ, ਹਰ ਜਗ੍ਹਾ ਅਸੀਂ we have supplied them with masks, supplied them with sanitizers, supplied them with food. And we see that at this time, the people most who need us, we should be available to them. And we're supporting everybody so that nobody suffers, nobody goes hungry. ਬਹੁਤ ਅੱਛੇ। ਇਹ ਤਾਂ ਸਭ ਦੁਨੀਆ 'ਚ ਹਰ ਗੁਰੂ ਘਰ ਜਿੱਥੇ ਵੀ ਹੈ ਆਪਾਂ ਇਹ ਕੰਮ ਕਰ ਰਹੇ ਹਾਂ। ਰੱਬ ਨੇ ਗੁਰੂ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਔਰ ਬੜੀ ਇਮਾਨਦਾਰੀ ਨਾਲ ਕਰ ਰਹੇ ਹਾਂ। ਡਾਕਟਰ ਕਟਾਰੀ ਜੀ, ਜਦੋਂ ਹੁਣ ਇਹ ਲੋਕਡਾਊਨ ਖੁੱਲ੍ਹੇਗਾ, ਲੇਕਿਨ ਫਿਰ ਵੀ ਜਿੱਦਾਂ ਸੋਸ਼ਲ ਡਿਸਟੈਂਸ ਵਗੈਰਾ ਹੈਗਾ, ਹੋਰ ਰਿਸਟ੍ਰਿਕਸ਼ਨਾਂ ਵਗੈਰਾ ਹੈਗੀਆਂ, ਉਹ ਤੁਸੀਂ ਗੁਰੂ ਘਰ 'ਚ ਕਿੱਦਾਂ ਇੰਪਲੀਮੈਂਟ ਕਰੋਗੇ? ਕਿਉਂਕਿ ਤੁਸੀਂ 5-10 ਤੋਂ ਬੰਦੇ ਜਾਂ 15 ਤੋਂ ਜਾਸਤੀ ਇੱਕ ਟਾਈਮ ਨਹੀਂ ਆਉਣ ਦੋਗੇ। ਮੇਰਾ ਪਰਸਨਲ ਐਕਸਪੀਰੀਅੰਸ ਆਪਣਾ ਦੁਬਈ ਦੇ ਗੁਰਦੁਆਰੇ ਦੇ ਵਿੱਚ ਬੇਸ਼ੁਮਾਰ ਤਕਰੀਬਨ 30-40 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਸੀ ਵਿਸਾਖੀ ਟਾਈਮ ਦੇ ਉੱਪਰ। ਇਹਨੂੰ ਕਿੱਦਾਂ ਕੋਪ ਕਰੋਗੇ ਤੁਸੀਂ ਹੁਣ? I know. See, we are already trying to install disinfected tunnels. So before anybody enters the Gurdwara, it will be disinfected. And you always be wearing masks and sanitizers. And we're going to clean the Gurdwara, sanitize it morning and evening. We're going to open it only for a short time in the morning for 2 hours and short time for 2 hours in the evening for the start. Then we see things as the things develop. As कोशिश करेंगे कि संगत को सहूलत मिले, पर शुरू we will be very careful because we have to keep social distancing also. ਅਸੀਂ ਉਹ ਜਗ੍ਹਾ ਮਾਰਕ ਕਰ ਰਹੇ ਹਾਂ ਜਿੱਥੇ ਹਰ 4 ਫੁੱਟ ਤੇ ਬੰਦਾ ਹੋਏ, 4 ਫੁੱਟ ਦੇ ਨਜ਼ਦੀਕ ਬੰਦਾ ਨਾ ਆਵੇ। ਪਲੱਸ ਵੀ ਆਰ ਟ੍ਰਾਈਂਗ ਟੂ ਸੀ ਦੈਟ ਵੀ ਆਲ ਕਮ ਇਨ ਕਿਊ, ਕਮ ਦਰਸ਼ਨ ਕਰਨ ਗੁਰਦੁਆਰੇ ਮੱਥਾ ਟੇਕਣ, ਪ੍ਰਸ਼ਾਦ ਲੈਵਣ ਤੇ ਜਾਣਗੇ। ਵੀ ਆਰ ਜਸਟ ਟ੍ਰਾਈਂਗ ਟੂ ਬੀ ਵੈਰੀ ਕੇਅਰਫੁਲ ਸੋ ਦੈਟ we don't want anyone to be hurt, and even the Gurdwara should be kept in a safe and a sound place. ਸਾਰਿਆਂ ਨੂੰ ਅਸੀਂ ਦਰਸ਼ਨ ਦੀ ਕੋਸ਼ਿਸ਼ ਕਰਨ ਦੀ opportunity ਦੇਵਾਂਗੇ, ਲੇਕਿਨ on very, very selective basis. We're going to restrict the number of people. Slowly we'll open. As and when things improve, ਅਸੀਂ ਫਿਰ ਹੋਰ ਵਧਾਵਾਂਗੇ। ਪਰ initially we're going to open it for 2 hours in the morning and 2 hours in the evening. ਬਹੁਤ ਅੱਛੇ। ਬਾਕੀ ਦੁਬਈ ਸਿਰਫ ਇਟਸ ਨਾਟ ਅ ਟੂਰਿਸਟ ਡੈਸਟੀਨੇਸ਼ਨ, ਬੜਾ ਪਪੂਲਰ ਹੈਗਾ। ਆਪਣਾ ਗੁਰੂ ਘਰ ਵੀ ਬੜਾ ਪਪੂਲਰ ਹੈਗਾ। ਬੜੀ ਦੁਨੀਆ ਤੋਂ, ਅਮਰੀਕਾ ਲੈ ਲਓ, ਕੈਨੇਡਾ ਲੈ ਲਓ, ਤੁਸੀਂ UK ਤੋਂ ਲੈ ਲਓ, ਦੁਨੀਆ ਵਿਆਹ ਸ਼ਾਦੀ ਲਈ ਬੜੀ ਆਉਂਦੀ ਸੀ। ਅਤੇ ਉਹਦੇ 'ਚ ਹੁਣ ਕਿੱਦਾਂ ਤੁਹਾਨੂੰ ਫੀਲ ਹੋ ਰਿਹਾ ਜਦੋਂ ਖੁੱਲ੍ਹੇਗਾ ਵੀ ਤੁਸੀਂ ਵਿਆਹ ਸ਼ਾਦੀ ਕਰ ਪਾਓਗੇ ਕਿ ਹਾਲੀ ਰਿਸਟ੍ਰਿਕਸ਼ਨ ਰਹੇਗੀ ਥੋੜ੍ਹੀ ਜਿਹੀ? Because we have bookings already for weddings till December this year. ਅੱਛਾ। ਸਾਨੂੰ ਬੜੀ ਮੁਸ਼ਕਲ ਹੋ ਰਹੀ ਹੈ ਕਿਉਂਕਿ ਅਸੀਂ ਹੁਣ ਇੱਥੇ ਹੁਣ 10-15 ਬੰਦੇ ਤੋਂ ਜ਼ਿਆਦਾ ਅਸੀਂ ਅਲਾਉ ਨਹੀਂ ਕਰਾਂਗੇ ਟੂ ਗੈਟ ਟੂਗੇਦਰ ਫॉर ਅ ਵੈਡਿੰਗ। ਐਂਡ ਦੇਖੋ, ਲੈਟ ਅਸ ਸੀ ਕੇਸ ਟੂ ਕੇਸ ਦੇਖਾਂਗੇ ਹਾਊ ਵੀ ਕੈਨ ਅਲਾਉ ਦ ਵੈਡਿੰਗਸ ਟੂ ਹੈਪਨ ਔਨ ਅ ਵੈਰੀ ਸਿਲੈਕਟਿਵ ਬੇਸਿਸ, ਉਹ ਵੈਰੀ ਸਮਾਲ ਗੈਦਰਿੰਗਸ। ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜਾ ਵੀ ਆਵੇ ਜ਼ਰੂਰ ਲਾਭ ਉਠਾਵੇ, ਗੁਰਦੁਆਰੇ ਦਾ ਲਾਭ ਉਠਾਵੇ, ਲੇਕਿਨ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਐਂਡ ਕੌਸ਼ੀਅਸ। We don't want to take any risk because we are also risking the people's lives and even the Sevadar's lives and the Granthis' lives. So we have to take care of everybody, and we don't want to take any risk and take any chances that people get hurt. ਭਾਜੀ, ਰਮਦਾਨ ਦੇ ਵਿੱਚ UAE ਦੇ ਵਿੱਚ ਕਾਫੀ ਰੈਸਟ੍ਰਿਕਸ਼ਨ ਹੁੰਦੀ ਹੈ ਫੂਡ ਵਾਈਜ਼ ਅਤੇ ਡਰਿੰਕ ਵਾਈਜ਼, ਕਿਸੇ ਵੀ ਤਰ੍ਹਾਂ ਦਾ। ਹੁਣ ਤੁਸੀਂ ਜਦੋਂ ਲੰਗਰ ਡਿਲੀਵਰ ਕਰਦੇ ਹੋ, ਉਹਦੇ ਵਿੱਚੋਂ ਤੁਹਾਨੂੰ ਗਵਰਨਮੈਂਟ ਵੱਲੋਂ ਕੀ ਸਹਾਇਤਾ ਮਿਲਦੀ ਪਈ ਹੈ, ਕੀ ਹੈਲਪ ਮਿਲਦੀ ਪਈ ਹੈ? Are they happy with that? Or ਤੁਹਾਨੂੰ ਕੋਈ restriction ਹੈਗੀ ਹੈ ਉਹਦੀ? No, we have no restriction. In fact, the CDA, which is a community development authority, they have given us blanket permission to the Gurdwara for 3 of our volunteers to go distribute food to anywhere we want in the UAE, because they know that we're doing a very good service to the community, and they have given us full permission. And with their support and with their guidance, we are distributing food to all the labor camps and all the necessary. Even today we got an order from the Indian consulate to deliver some food to quarantine camps. There are a lot of quarantine buildings which have been set up, and those quarantine buildings, the Gurdwara is supplying them food. So I'm very happy that we're getting the opportunity to serve the people when it's most needed. ਭਾਜੀ, ਵਾਇਰਸ ਜਿਹੜੀ ਹੈਗੀ ਆ ਸਭ ਦੁਨੀਆ 'ਤੇ ਇਹਨੇ ਕਬਜ਼ਾ ਕੀਤਾ ਹੈ। ਦੁਬਈ ਦੇ ਵਿੱਚ ਤੁਹਾਡੇ ਪਾਸ ਮੇ ਬੀ ਲੇਟੈਸਟ ਇਨਫੋਰਮੇਸ਼ਨ ਹੋਏਗੀ, ਕਿੰਨੇ ਕੁ ਲੋਕ ਇਨਫੈਕਟਡ ਹੈਗੇ ਨੇ ਅਤੇ ਕਿੰਨੀਆਂ ਕੁ ਮੌਤਾਂ ਹੋ ਚੁੱਕੀਆਂ ਦੁਬਈ ਦੇ ਵਿੱਚ?
Total about 10,000, 11,000 people have been affected, and only about 150 have really been casualties, and more than 3,000 have recovered. So I think Dubai is taking good care. The authorities are very strict, and very few deaths, only 150 or 130 deaths only, very, very little deaths. Because the care taken by the government is fantastic. And people are really concerned. The police, the health authorities, the government, everybody is very much concerned and they're taking good care of everybody. I think we are the luckiest people to be here because I think Dubai is the safest place in the world today during this pandemic crisis. ਭਾਜੀ ਹੋਰ ਪਤਾ ਲੱਗਣ ਚ ਆਇਆ ਸੀਗਾ ਕਿ ਜਿਹੜੀ ਤੁਹਾਡੀ ਯੂਏ ਦੀ ਗਵਰਨਮੈਂਟ ਹੈਗੀ ਆ ਕਾਫੀ ਸਟ੍ਰਿਕਟ ਹੈਗਾ ਜਿੱਦਾਂ ਤੁਸੀਂ ਦੱਸਿਆ ਔਰ ਇਹਨਾਂ ਨੇ ਬੜੇ ਹੈਵੀ ਫਾਈਨਸ ਇੰਪੋਜ਼ ਕੀਤੇ ਹੋਏ ਨੇ ਅਗਰ ਕੋਈ ਉਹ ਬ੍ਰੇਕ ਕਰੇਗਾ ਤੇ ਉਹਨਾਂ ਨੂੰ ਕਾਫੀ ਵੱਡਾ ਫਾਈਨ ਹੋ ਸਕਦਾ ਹੈ That is only the best way to control people. क्योंकि लोग सुनते नहीं ना. And the best way to control them is giving them heavy fines. And now there's most of the expatriates, because 85% of people are expatriates, they're very law-abiding. They're scared of the fine, so they'll really follow the law very carefully. That's how we are safe. That's how we are all happy. ਮੈਂ ਇੱਕ ਤੁਹਾਨੂੰ ਗੱਲ ਪੁੱਛਦਾ ਭਾਜੀ ਦੇਖੋ ਤੁਸੀਂ ਦੱਸਿਆ ਯੂਏ 'ਚ ਕਾਫੀ ਲੋਕ ਬ੍ਰੇਕ ਕਰਦੇ ਨੇ ਕਾਫੀ ਗਵਰਨਮੈਂਟ ਦੇ ਨਾਲ ਮੋਢਾ ਤੋਂ ਮੋਢਾ ਲਾ ਕੇ ਚੱਲਦੇ ਨੇ ਉਸੇ ਨਾਲ ਹੀ ਇਹ ਵਾਇਰਸ ਖਤਮ ਹੋਏਗੀ ਜਦ ਅਸੀਂ ਪਬਲਿਕ ਇਹਨੂੰ ਸੀਰੀਅਸ ਲਵਾਂਗੇ ਯੂਕੇ ਦੇ ਵਿੱਚ ਹਾਲੀ ਦੇਖਿਆ ਜਾਂਦਾ ਜਿੱਥੇ ਆਪਣੀ ਏਸ਼ੀਅਨ ਕਮਿਊਨਿਟੀ ਦੇ ਲੋਕ ਜ਼ਿਆਦਾ ਬਸੇ ਹੋਏ ਨੇ ਮੈਂ ਲੰਡਨ ਦੇ ਵਿੱਚ ਕਈ ਜਗ੍ਹਾ ਕਵਾਂ ਜਾਂ ਬਰਮਿੰਘਮ ਵਿੱਚ ਕਵਾਂ ਉੱਥੇ ਜ਼ਰਾ ਲੋਕ ਨਾ ਬਹੁਤ ਈਜ਼ੀ ਲੈ ਰਹੇ ਨੇ ਹੁਣ ਆਪਾਂ ਜਿਹੜੀ ਪੰਜਾਬ ਦੀ ਪੁਲਿਸ ਹੈਗੀ ਹੈ ਤੁਹਾਨੂੰ ਪਤਾ ਕਿ ਉੱਥੇ ਕੀ ਹਾਲ ਕਰਦੇ ਨੇ ਜਿਹੜੇ ਬਾਹਰ ਨਿਕਲ ਅਸੀਂ ਉਹਨੂੰ ਪਹਿਲਾਂ ਅਸੀਂ ਕੰਪਲੇਨ ਕਰਦੇ ਸੀ ਕਿ ਨਹੀਂ ਪੁਲਿਸ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਤੁਹਾਡੇ ਉਹਦੇ ਬਾਰੇ ਕੀ ਖਿਆਲਤ ਕਿ ਪੰਜਾਬ ਜੋ ਪੁਲਿਸ ਕਰਦੀ ਹੈ ਉਹ ਸਹੀ ਹੈ ਵੈਸਟਰਨ ਮੁਲਕਾਂ 'ਚ ਵੀ ਹੋਣਾ ਚਾਹੀਦਾ ਇੱਦਾਂ I think what the government is doing in Punjab is fantastic, very good. In fact, recently, allowed within buses, 4 or 5 buses to come from Nanded to Punjab. That brought in a few cases of positive cases to Punjab. Otherwise, the Punjab government was very tough and they had good control. Unfortunately, 4-5 buses आ गए हैं. इस तरह थोड़ा बहुत तकलीफ हो गई है लोगों को. But even that they are controlling very well now. I must give credit to Punjab government for taking care of this. ਭਾਜੀ ਇਕਨੋਮੀ ਵਾਈਜ਼ ਦੁਬਈ ਪਿਛਲੇ ਸਾਲਾਂ ਦੇ ਵਿੱਚ ਕਾਫੀ ਸਾਲ ਹੋ ਗਏ ਨੇ ਕਾਫੀ ਹਿੱਟ ਹੋਇਆ ਸੀਗਾ ਬੜੇ ਲੋਕ ਦੁਬਈ ਨੂੰ ਛੱਡ ਕੇ ਚਲੇ ਗਏ ਸੀਗੇ ਜੋ ਹੁਣ ਨਾ ਕਿ ਸਿਰਫ ਦੁਬਈ ਦੇ ਵਿੱਚ ਯੂਏ ਦੇ ਵਿੱਚ ਵਰਲਡ ਦੇ ਵਿੱਚ ਇਕਨੋਮੀ ਵਿਲ ਹਿੱਟ ਰੀਅਲੀ ਬੈਡਲੀ ਉਹਦੇ ਵਿੱਚ ਜਿਹੜੀ ਕੰਸਟਰਕਸ਼ਨ ਵਰਕ ਹੈਗੀ ਆ ਜਿਹੜੇ ਹੋਟਲ ਵਗੈਰਾ ਹੈਗੇ ਜਾਂ 에ਅਰਲਾਈਨ ਉਹਨਾਂ ਨੂੰ ਤੁਸੀਂ ਕੀ ਸੋਚਦੇ ਕਿ ਕਿੰਨਾ ਕੁ ਇਫੈਕਟ ਹੋਏਗਾ ਉਹਦਾ The general estimates ਸਾਨੂੰ ਪਤਾ ਲੱਗਿਆ ਕਿ 30% to 40% ਇਫੈਕਟ ਹੋਏਗਾ ਉਹ ਹੀ ਸਿਰਫ 6 ਮਹੀਨੇ ਦਾ ਇਫੈਕਟ ਹੋਏਗਾ 6 ਮਹੀਨੇ ਬਾਅਦ ਸਭ ਨਾਰਮਲ ਹੋ ਜਾਏਗਾ ਬਿਕਾਜ਼ ਦੁਬਈ ਇਜ਼ ਅ ਵੈਰੀ hustle bustle place activity full of action so I think by whole end of this year everything will become normal 5-6 ਮਹੀਨੇ ਜ਼ਰੂਰ ਫਰਕ ਪਏਗਾ by the time the things get into place 30-40% ਇਫੈਕਟ ਹੋਏਗਾ ਲੇਕਿਨ ਉਸ ਤੋਂ ਬਾਅਦ back to normal we'll be bouncing back in more strength and more requirement and more people will come to Dubai because Dubai is a very safe place and people are afraid other parts of the country there are more problems but Dubai there is no problem at all. ਭਾਜੀ ਦੁਬਈ ਦੇ ਵਿੱਚ ਸਪੈਸ਼ਲੀ ਜਦ ਮੈਂ ਬਾਹਰ ਪਹਿਲਾਂ ਵੀ ਕਹਿ ਕੇ ਹਟਿਆ ਦਾ ਬਿਗੇਸਟ ਰਿਸੋਰਸਿਸ ਦਾ ਬਿਗੇਸਟ ਇਨਕਮ ਇਕਨੋਮੀ ਹੋਲਡ ਕਰਦੀ ਹੈ ਟੂਰਿਸਟ ਵੱਲੋਂ ਦੇਖਿਆ ਜਾ ਰਿਹਾ 에ਅਰਲਾਈਨਾਂ ਬਸਟ ਹੋ ਰਹੀਆਂ ਔਰ ਲੋਕਾਂ ਦਾ ਕੌਨਫੀਡੈਂਸ ਲੂਜ਼ ਹੋ ਜਾਏਗਾ ਬਾਹਰ ਟਰੈਵਲ ਕਰਨ ਨੂੰ ਹੌਲੀਡੇ ਲਈ ਇਹਦੇ ਵਿੱਚ ਮੈਨੂੰ ਪਰਸਨਲੀ ਲੱਗਦਾ ਕਿ ਸ਼ਾਇਦ ਕਾਫੀ ਦੁਬਈ ਨੂੰ ਹਿੱਟ ਜਿਹੜੇ ਟੂਰਿਸਟ ਪਲੇਸਿਸ ਹੋਣਗੇ ਨਾਟ ਓਨਲੀ ਦੁਬਈ ਐਨੀ ਅਦਰ ਯੂਰਪੀਅਨ ਪਲੇਸਿਸ ਹੈਗੇ ਜਾਂ ਫਾਰ ਈਸਟ ਵਿੱਚ ਹੈਗੇ ਲੋਕੀ ਪੀਪਲ ਵਿਲ ਵੈਰੀ ਰਿਲੈਕਟੈਂਟ ਟੂ ਟਰੈਵਲ ਬਾਈ ਏਅਰ ਮੈਨੂੰ ਲੱਗਦਾ ਕਾਫੀ ਨੰਬਰ ਹਿੱਟ ਕਰਨਗੇ ਲੋਕੀ 7-6 ਮਹੀਨੇ ਹਾਲੀ ਬਾਹਰ ਨਹੀਂ ਜਾਣਗੇ ਤੁਸੀਂ ਇਹਦੇ ਬਾਰੇ ਬੜੇ ਪੋਜ਼ੀਟਿਵ ਸੋਚਦੇ ਹੋ ਮੇ ਬੀ ਤੁਸੀਂ ਮੈਨੂੰ ਫਸਟ ਹੈਂਡ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਦੁਬਈ ਦੇ ਵਿੱਚ ਕੀ ਨਿਊਜ਼ ਹੋ ਰਹੀ ਹੈ ਕਿੱਦਾਂ ਫੀਲ ਹੋ ਰਿਹਾ are they going to lift up from the economy? Actually, Dubai has already announced that from July they're going to open all the tourist destinations. All the tourist locations are going to be open from July. And they hope that by September, October, things will be back to normal. The government is giving a lot of incentives, a lot of support, a lot of packages for people to support in this during crisis time. And I think Dubai will bounce back very fast.
and human memory is very short. लोग सब भूल जाएंगे जो है, फिर back to normal, कोई फर्क नहीं पड़ेगा. I am very confident that Dubai will bounce back and will come very positive and become stronger. And I always hope कि अपने बंदे ਜਿਹੜੇ ਨੇ ਨਾ ਹਮੇਸ਼ਾ ਤਾਂ first number one ਹੁੰਦੇ ਨੇ, they never fall behind. We'll fight it, we'll win it, and we'll come out stronger. ਭਾਜੀ ਇੱਕ ਗੱਲ ਤੁਸੀਂ ਬਹੁਤ ਅੱਛੀ ਕਹੀ ਹੈ, the major thing to fight a virus is ਕਿ ਤੁਸੀਂ positive ਰਹੋ, be strong and build your immune system. ਅਗਰ ਤੁਹਾਡਾ ਮਾਈਂਡ, ਤੁਹਾਡਾ ਦਿਮਾਗ, ਤੁਹਾਡਾ ਦਿਲ ਸਟਰੋਂਗ ਨਹੀਂ ਹੈਗਾ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਨਹੀਂ ਹੋ ਸਕਦਾ. ਤੁਸੀਂ ਬੜੇ ਅੱਛੇ, ਬੜੇ ਨਾਈਸ ਲਫ਼ਜ਼ ਕਹੇ ਨੇ. ਭਾਜੀ ਹੁਣ ਤੁਹਾਡਾ ਕੀ ਪਲਾਨ? ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਵਾਂ, UK ਦੇ ਵਿੱਚ just under 30,000 people have died in UK, which is quite a big number. ਪਹਿਲਾਂ 800 ਕਿ 900 ਬੰਦਾ, 1000 ਬੰਦਾ every 24 hours ਮਰਦਾ ਸੀਗਾ. ਹੁਣ ਤਕਰੀਬਨ 400-450 ਬੰਦੇ ਦੀ ਡੈਥ ਹੁੰਦੀ ਹੈ within every 24 hours. ਐਂਡ ਇਹ ਜਿਹੜਾ ਇੱਦਾਂ ਦਾ ਹਾਲਾਤ ਵਿੱਚ ਅਸੀਂ ਹੈਗੇ ਆ, ਦਿਸ ਇਜ਼ ਕੁਆਇਟ ਫਰਾਈਟਨਿੰਗ. ਆਈ ਡੋਂਟ ਨੋ, ਜਿੱਦਾਂ ਤੁਸੀਂ ਕਿਹਾ ਕਿ ਲੋਕਾਂ ਨੂੰ UAE 'ਚ ਕੌਨਫੀਡੈਂਸ ਹੋ ਜਾਏਗਾ, ਪਤਾ ਨਹੀਂ UK 'ਚ ਕੌਨਫੀਡੈਂਸ ਬਿਲਡ ਹੋਏਗਾ ਕਿ ਨਹੀਂ ਹੋਏਗਾ. ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? I think UK भी ठीक हो जाएगा, because you know at the end of the day रब ने दुनिया बनाई है, रब will take care. रब पे भरोसा रखिए, have confidence in God, सब ठीक हो जाएगा. मैं तो कहना रोज अरदास करिए, इसी सारे अरदास नाल बड़ा, अरदास बड़ी शक्ति है, अरदास सुनी जाएगी ते सब COVID-19 दी दुनिया मुक्त हो जाएगी and सब ठीक ठाक हो जाएगा. I am very positive, I am very hopeful. The रब दी मेहर होएगी, गुरु रखा, सब ठीक ठाक हो जाएगा. ਭਾਜੀ ਅਸੀਂ ਵੀ ਕਾਂਟ ਵੇਟ. ਅਸੀਂ ਹਮੇਸ਼ਾ, ਤੁਸੀਂ ਮੈਂ ਅਕਾਲ ਚੈਨਲ ਨੂੰ ਸਪੋਰਟ ਕਰਦੇ ਆਏ ਹਾਂ. ਐਵਰੀ ਟਾਈਮ ਕੋਈ ਨਾ ਕਿਸੇ ਤਰ੍ਹਾਂ ਦਾ ਫੰਕਸ਼ਨ ਹੋਵੇ ਗੁਰੂ ਘਰ ਦੇ ਵਿੱਚ, ਹਮੇਸ਼ਾ ਅਕਾਲ ਚੈਨਲ ਆਣ ਕੇ ਕਵਰੇਜ ਕੀਤੀ ਹੈ. ਹੁਣ ਤੁਹਾਡਾ ਤੁਸੀਂ ਬੜਾ ਭਾਜੀ ਮਲਟੀ ਕਲਚਰਲ ਖਾਣਾ ਵੀ ਤੁਸੀਂ ਲੋਕਾਂ ਨੂੰ ਬਾਹਰ ਇਨਵਾਈਟ ਕਰਕੇ ਬੜਾ ਸਿੱਖ ਕਮਿਊਨਿਟੀ ਦਾ ਨਾਮ ਰੋਸ਼ਨ ਕੀਤਾ ਤੁਸੀਂ UAE ਦੇ ਵਿੱਚ, ਇੱਕ ਮੁਸਲਿਮ ਕੰਟਰੀ ਦੇ ਵਿੱਚ. ਯੂ ਆਰ ਅ ਰੋਲ ਮਾਡਲ, ਔਰ ਲੋਕੀ ਤੁਹਾਨੂੰ ਲੁੱਕ ਅਪ ਟੂ ਯੂ ਕਿ ਇੰਨਾ ਤੁਸੀਂ ਕਾਮਯਾਬ ਹੋਏ ਹੋ, ਇੰਨਾ ਤੁਸੀਂ ਸਕਸੈਸਫੁਲ ਹੋਏ ਹੋ, ਨਾਟ ਓਨਲੀ ਵਿਦ ਦ ਸਿੱਖ ਕਮਿਊਨਿਟੀ, ਵਿਦ ਦ ਵਾਈਡਰ ਕਮਿਊਨਿਟੀ. ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? देखो जी, Dubai has been the epitome of tolerance, and there's Ministry of Tolerance in the UAE, where all the church leaders, the faith leaders, we are all members. I represent the UAE for interfaith wherever I have to go, in Australia, in Malaysia, in UK, in Canada, Germany, in USA. I've been representing UAE for interfaith, and we've always been propagating one thing, that we are all children of one God and we're all together in this. And Dubai has been in the forefront of promoting tolerance. And tolerance is such an important subject today. जब तक ਅਸੀਂ दूसरे की इज्जत नहीं करांगे, दूसरे इंसान की इज्जत नहीं करांगे, तो वो साड़ी इज्जत किस तरह करेगा? So we believe very strongly the UAE has been forefront in supporting all humanity, no caste, no religion, no nationality. All are equal, all are together, all are same. That is one of the reasons why Dubai has become so popular, where 85% of the population is expatriates and they live like as local people living. Everything is same to us. We have no difference at all. Mm-hmm. We are all looked after very well by the government, and we support the government. And on May 14th, just for information, we are having the prayer day, where every single community, every single church, every single temple, every single mosque is going to make May 14th is the date when we have the prayer day to get the world rid of COVID-19. So 14th May is the day. I request all the viewers of Akal channel to please remember to pray on 14th May for the universal peace and for the safety of humanity all over the world. ਭਾਜੀ ਬਹੁਤ ਅੱਛਾ ਮੈਸੇਜ. ਮੈਨੂੰ ਯਾਦ ਹੈ ਥੋੜ੍ਹਾ ਟਾਈਮ ਹੋ ਗਿਆ, ਆਪਾਂ ਨੂੰ ਸਾਲ ਤੋਂ ਉੱਪਰ ਹੋ ਗਿਆ ਸ਼ਾਇਦ, ਤੁਸੀਂ ਇੰਟਰਫੇਥ ਦੇ ਆਪਣੀ ਦੁਬਈ ਦੇ ਵਿੱਚ ਕਾਨਫਰੰਸ ਰੱਖੀ ਸੀਗੀ, ਇਨਵਾਈਟਿੰਗ ਲੀਡਰਸ ਫਰਮ ਦ ਵਰਲਡ. ਉਹ ਅਸੀਂ ਕਾਲ ਚੈਨਲ 'ਤੇ ਕਵਰ ਕੀਤੀ ਸੀ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਔਰ ਤੁਸੀਂ ਬੜੇ ਕਮਾਲ ਦੇ ਕੰਮ ਕਰਦੇ ਹੋ. ਉਹਦੇ ਬਾਰੇ ਕੀ ਕਹਿਣਾ ਚਾਹੋਗੇ? No, we are continuing the same process. We are working very hard because we always meet all the faith leaders, Christians, Muslims, Buddhists, Hindus, Baha'is. Everybody we meet together. Regularly we meet. Even now, we are having Zoom meetings. Every week we have one Zoom meeting with a different faith leader, and we talk about how we can support each other, how we can fight the pandemic, how we can see that the world is get rid of this COVID-19 problem.
And we are working very hard on this on a regular basis with every single faith leader, every single church and temple and Gurdwara. ਭਾਜੀ ਹੋਰ ਤੁਹਾਡਾ ਹੁਣ ਇਮੀਡੀਏਟਲੀ ਅੰਟਿਲ ਤੁਸੀਂ ਲੋਕਡਾਊਨ ਹੈਗੇ ਹੋ ਤੁਸੀਂ ਕਹਿ ਰਹੇ ਸੀ ਮੇਬੀ ਐਂਡ ਆਫ ਇਸ ਮਹੀਨੇ ਦੇ ਵਿੱਚ ਉਹ ਥੋੜ੍ਹਾ ਖੁੱਲ੍ਹਣਾ ਸ਼ੁਰੂ ਹੋ ਜਾਏਗਾ ਜੀ ਜੀ ਤੁਹਾਨੂੰ ਲੱਗਦਾ ਹੋਰ ਐਕਸਟੈਂਡ ਹੋਏਗਾ ਵੀਕ 2 ਵੀਕਸ ਔਰ ਦ ਗਵਰਨਮੈਂਟ ਇਜ਼ ਵੈਰੀ ਕੌਨਫੀਡੈਂਟ ਕਿ ਹਾਲਾਤ ਕੰਟਰੋਲ ਵਿੱਚ ਹੈਗੇ ਨੇ ਤੇ ਹੁਣ ਲੋਕਡਾਊਨ ਖੋਲ੍ਹ ਦੇਣਗੇ ਉਹ No, the government is already talking to us. In fact, I got a call this morning from the authorities asking our views as to when we want to open the Gurdwara. So I said, okay, I'll discuss with our members and see how we can get started. So I had a meeting this evening in the Gurdwara with all the managers and the well-wishers. And we hope that by third week of May, we'll open the Gurdwara after taking all the precautions, because we want to take the precautions before we open by putting the disinfectant tunnel, sanitizers, and the scanner cameras and everything. So that, you know, when we open, we should be fully geared up to support the situation of the pandemic. ਭਾਜੀ ਬਾਕੀ ਤੁਸੀਂ ਦੱਸਿਆ ਇੰਨਾ ਵੱਡਾ ਹਿਊਜ ਨੰਬਰ ਨਹੀਂ ਹੈ ਜਿਹੜੇ ਇਨਫੈਕਟਡ ਹੈਗੇ ਨੇ ਤੇ ਜਿਹੜੇ ਹਸਪੀਟਲਸ ਕਿੱਦਾਂ ਕੋਪ ਕਰਦੇ ਆ ਦੇ ਓਵਰਲੋਡਡ ਉਹਦੇ ਕੁਆਇਟ ਪ੍ਰੋਫੈਸ਼ਨਲ ਤੇ ਡੀਲ ਕਰ ਰਹੇ ਨੇ ਦੇ ਕੈਨ ਡੀਲ ਵਿਦ ਸਮ ਮੋਰ ਪੀਪਲ ਐਜ਼ ਵੈਲ Every hospital here is supporting, plus the government has allocated about 6 or 7 buildings where they're having these quarantine camps. So the Indian Consulate has taken up one building where there are more than 500 people. So each building has 500, 600 people. There are 6, 7 buildings. And now even the trade center arena has been completely converted into a hospital. So there's a lot of availability of beds, a lot of availability of medical resources. And every single medical person, the doctor, nurses, all are fully involved and supportive. The local authorities, the police, all are fully involved. And even if one case happens, the ambulance comes immediately and picks him up and takes him to the quarantine area. So they're taking good care of people, and they're very grateful to the local government here, taking good care of the humanity. ਭਾਜੀ ਹੋਰ ਸ਼ਾਪਿੰਗ ਦਾ ਜਿਹੜੀ ਜਨਰਲ ਪਬਲਿਕ ਹੈਗੀ ਆ ਕਹਿੰਦੇ ਨੋਰਮਲੀ ਗੋ ਆਊਟ ਡੂ ਦ ਸ਼ਾਪਿੰਗ ਵਗੈਰਾ ਆਈ ਅੰਡਰਸਟੈਂਡ ਜਿਹੜੇ ਮਾਲ ਵਗੈਰਾ ਉਹ ਤਾਂ ਬੰਦ ਹੈਗੇ ਨੇ ਬਟ ਜਿਹੜੇ ਫੂਡ ਸਟਾਲਸ ਵਗੈਰਾ ਹੈਗੇ ਨੇ ਫੂਡ ਸ਼ਾਪਸ ਹੈਗੇ ਨੇ ਹਾਂਜੀ The malls have opened now. Okay. They open from 12 o'clock in the afternoon to 8 o'clock in the evening. And the supermarkets have never been closed. Supermarkets have been open all the time. And even standalone shops serving food and medicines are all open all the time. They never close the food shops and the medicine shops. Okay. They open the malls now from 12 o'clock in the afternoon to 8 o'clock in the evening. So gradually things are opening up in Dubai. And they're giving a lot of support by way of social distancing, giving masks, giving gloves, giving sanitizers. So, I mean, they're taking good care. ਭਾਜੀ ਜਿੱਦਾਂ ਦਿੱਲੀ ਦੇ ਵਿੱਚ ਹੋਇਆ ਨਿਊਜ਼ੀਲੈਂਡ 'ਚ ਹੋਇਆ ਆਸਟ੍ਰੇਲੀਆ ਵਿੱਚ ਹੋਇਆ ਕੈਲੀਫੋਰਨੀਆ ਵਿੱਚ ਪੁਲਿਸ ਨੇ ਬੜਾ ਰਿਕਮੈਂਡ ਕੀਤਾ ਗੁਰੂ ਘਰਾਂ ਨੇ ਜੋ ਸੇਵਾ ਕਰ ਰਹੇ ਨੇ ਤੁਹਾਨੂੰ ਕੋਈ ਪੁਲਿਸ ਵੱਲੋਂ ਜਾਂ ਗਵਰਨਮੈਂਟ ਵੱਲੋਂ ਕੋਈ ਐਪਰੀਸੀਏਸ਼ਨ ਆਈ ਤੁਹਾਨੂੰ ਉਹਨਾਂ ਨੂੰ ਡੂ ਦੇ ਨੋ ਕਿ ਆਪਾਂ ਗੁਰੂ ਘਰ ਕੀ ਕਰ ਰਿਹਾ ਦੁਬਈ ਦੇ ਵਿੱਚ In fact, every second day, I get a call from one of the government departments giving us encouragement to do more service, because they all know that Gurdwara is giving free food to a lot of people. So we get a lot of encouragement, a lot of good positive comments. And in fact, in the newspaper, in tomorrow's newspaper, you'll have a full article on Gurdwara serving free food to a lot of people. So I mean, regularly, every authority is in touch with us. In fact, last week I had gone to the police station to give an interview as to what the Gurdwara is doing and how it's supporting the people. And yesterday I was in a Zoom meeting for corporate social responsibility. There again, the Gurdwara was featured in a big way, because they all said that one person who's really doing a great job is the Gurdwara in Dubai. ਕਿਦਾਰ ਜੀ ਮੈਂ ਆਖਰ ਦੇ ਵਿੱਚ ਤੁਹਾਡਾ ਬਹੁਤ ਸ਼ੁਕਰਾਨਾ ਕਰਦਾ ਕੁਝ ਅੱਧੇ ਮਿੰਟ ਦੇ ਵਿੱਚ ਤੁਸੀਂ ਆਪਣੀ ਸਿੱਖ ਕਮਿਊਨਿਟੀ ਵਰਲਡ ਵਾਈਡ ਜਾਂ ਆਪਣੇ ਗੁਰੂ ਘਰ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੁਨੀਆ ਨੂੰ मेरी कोई request है that everybody should get together today, forget the egos, forget your personal differences, and be together in serving the humanity, working together, so we can all get together today and help each other, because we're all children of one God. And Sade Sikh Prajan, world over, we have been known now
to do service to the humanity, and let us keep up the flag flying high of the Khalsa. मैं तो कहना राज करेगा खालसा. That should be a slogan for everybody, and we should all support the Khalsa Panth so that we are able to serve more, help more people, and keep the Sikh flag flying high. ਭਾਜੀ ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਤੁਸੀਂ ਆਣ ਕੇ ਟਾਈਮ ਕੱਢ ਕੇ ਸਾਡੇ ਨਾਲ ਸ਼ੇਅਰ ਕੀਤੇ ਆਪਣੇ ਖਿਆਲ ਦੁਬਈ ਬਾਰੇ ਉਮੀਦ ਰੱਖਦੇ ਆਪਾਂ ਫਿਰ ਵੀ ਕਦੀ ਮੌਕਾ ਹੋਏਗਾ ਮਿਲਾਂਗੇ ਆਪਾਂ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I just want to say one thing that I'm grateful to Akal Channel for taking up this good cause, good initiative to support the community. Thank you very much. Waheguru Ji Khalsa, ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you very much.